ਡਾਕਟਰ ਕਰਨੈਲ ਸਿੰਘ ਥਿੰਦ ਦੀ ਕਹਾਣੀ ਹੈ ਦਾਈ ਜੀਵਾਂ। ਜੀਵਾਂ ਸਾਡੇ ਪਿੰਡ ਦੀ ਦਾਈ ਸੀ। ਜਦ ਮੇਰੇ ਪਿਤਾ ਜੀ ਦਾ ਜਨਮ ਹੋਇਆ ਤਾਂ ਉਸ ਸਮੇਂ ਦਾਈ ਦੀ ਜ਼ਿੰਮੇਵਾਰੀ ਜੀਵਾਂ ਨੇ ਨਿਭਾਈ। ਜਦੋਂ ਮੇਰੀ ਪੈਦਾਇਸ਼ ਹੋਈ ਤਾਂ ਉਸ ਵਕਤ ਵੀ ਦਾਈ ਜੀਵਾਂ ਹੀ ਸੀ ਅਤੇ ਜੋ 1947 'ਚ ਦੇਸ਼ ਦੀ ਵੰਡ ਕਾਰਨ ਲਾਇਲਪੁਰ ਦੇ ਜ਼ਿਲ੍ਹੇ ਵਿੱਚੋਂ ਆਪਣਾ ਜੱਦੀ ਪਿੰਡ ਛੱਡ ਕੇ ਸਰਹੱਦ ਦੇ ਇਸ ਪਾਰ ਆਉਣ ਲਈ ਮਜਬੂਰ ਨਾ ਹੋਣਾ ਪੈਂਦਾ ਤਾਂ ਮੇਰੇ ਬੇਟੇ ਰਾਜਦੀਪ ਦੀ ਜਨਮ ਦਾਈ ਵੀ ਜੀਵਾਂ ਹੀ ਹੁੰਦੀ। ਮੇਰੇ ਦਾਦੀ ਜੀ ਦੱਸਿਆ ਕਰਦੇ ਸੀ ਕਿ ਮੈਨੂੰ ਜਨਮ ਸਮੇਂ ਸ਼ਹਿਦ ਦੀ ਗੁੜ੍ਹਤੀ ਵੀ ਉਸੇ ਨੇ ਦਿੱਤੀ ਸੀ। ਸ਼ਾਇਦ ਇਸੇ ਕਾਰਨ ਮੇਰੇ ਸੁਭਾਅ 'ਚ ਮਿੱਠਤ ਹੈ। ਦਾਈ ਜੀਵਾਂ ਮੇਰੀ ਦਾਦੀ ਦੀ ਉਮਰ ਸੀ। ਮੇਰੇ ਪਿਤਾ ਦੇ ਜਨਮ ਸਮੇਂ ਜੀਵਾਂ ਆਪਣੀ ਜਵਾਨੀ ਦੇ ਪਹਿਲੇ ਵਰ੍ਹਿਆਂ 'ਚ ਸੀ। ਮੇਰੀ ਦਾਦੀ ਦੱਸਦੀ ਹੁੰਦੀ ਸੀ ਕਿ ਉਸ ਸਮੇਂ ਲੋਹੜੇ ਦਾ ਹੁਸਨ ਸੀ ਜੀਵਾਂ 'ਤੇ। ਪੰਛੀ ਉਹਨੂੰ ਦੇਖ ਦੇਖ ਡਿੱਗਦੇ ਅਤੇ ਜਦ ਮੈਂ ਪੈਦਾ ਹੋਇਆ ਤਾਂ ਉਸ ਵਕਤ ਉਹਦੀ ਜਵਾਨੀ ਢਲ ਰਹੀ ਸੀ ਅਤੇ ਜੇ ਅਸੀਂ ਆਪਣੇ ਪਿੰਡ ਵਿੱਚ ਹੀ ਹੁੰਦੇ ਤਾਂ ਮੇਰੇ ਬੇਟੇ ਰਾਜਦੀਪ ਦੇ ਜਨਮ ਵੇਲੇ ਮੇਰੀ ਦਾਦੀ ਵਾਂਗ ਉਹਦੇ ਮੂੰਹ 'ਤੇ ਵੀ ਝੁਰੜੀਆਂ ਹੁੰਦੀਆਂ ਅਤੇ ਮੇਰੇ ਬਾਪ ਨੂੰ, ਮੈਨੂੰ ਅਤੇ ਮੇਰੇ ਬੇਟੇ ਨੂੰ ਮੁਖਾਤਿਬ ਕਰਕੇ ਬੜੇ ਮਾਣ ਨਾਲ ਆਖਦੀ, ਮੈਂ ਤਿੰਨਾਂ ਦੀ ਮਾਂ, ਤੁਸੀਂ ਤਿੰਨੋਂ ਮੇਰੇ ਹੱਥੀਂ ਜੰਮੇ ਹੋ। ਆਪਣੇ ਬੇਟੇ ਦੇ ਜਨਮ ਸਮੇਂ ਜਦ ਮੈਂ ਆਪਣੀ ਬੀਵੀ ਨੂੰ ਹਸਪਤਾਲ ਦਾਖਲ ਕਰਵਾਇਆ ਤਾਂ ਮੇਰੀ ਦਾਦੀ ਬਹੁਤ ਨਾਰਾਜ਼ ਸੀ। ਉਹ ਕਹਿੰਦੀ, ਅੱਜ ਕੱਲ੍ਹ ਦੀਆਂ ਨਰਸਾਂ ਅਤੇ ਡਾਕਟਰਾਂ ਨਾਲੋਂ ਤਾਂ ਦਾਈ ਜੀਵਾਂ 1000 ਦਰਜੇ ਸਿਆਣੀ ਸੀ। ਕਾਸ਼ ਅੱਜ ਉਹ ਸਾਡੇ ਪਾਸ ਹੁੰਦੀ। ਮੈਂ ਕਦੇ ਵੀ ਆਪਣੀ ਪੋਤ ਨੂੰ ਡਾਕਖਾਨੇ ਮਤਲਬ ਹਸਪਤਾਲ ਨਾ ਜਾਣ ਦਿੰਦੀ। ਅਤੇ ਫਿਰ ਮੇਰੀ ਦਾਦੀ ਨੇ ਦਾਈ ਜੀਵਾਂ ਦੀਆਂ ਸਿਫਤਾਂ ਦੇ ਪੁਲ ਬੰਨ੍ਹਣੇ ਸ਼ੁਰੂ ਕਰ ਦਿੱਤੇ। ਜੀਵਾਂ ਕੋਈ ਦਾਈ ਥੋੜ੍ਹੇ ਸੀ, ਉਹ ਤਾਂ ਸਾਡੇ ਪਿੰਡ ਦੀ ਰਾਣੀ ਸੀ। ਰਾਣੀ ਪਿੰਡ ਦੀਆਂ ਸਾਰੀਆਂ ਤੀਵੀਆਂ ਉਹਨੂੰ ਦੇਵੀ ਵਾਂਗ ਪੂਜਦੀਆਂ ਸਨ। ਜਿਸ ਘਰ 'ਚੋਂ ਪੈਰ ਧਰਦੀ ਸਾਰਾ ਵਿਹੜਾ ਖੁਸ਼ੀ ਨਾਲ ਮਹਿਕ ਉੱਠਦਾ। ਉਹ ਜੱਚਾ ਦੀ ਇੰਨੀ ਸੇਵਾ ਕਰਦੀ ਕਿ ਰਹੇ ਰੱਬ ਦਾ ਨਾਂ। ਸ਼ਹਿਦ ਅਤੇ ਮਿਸ਼ਰੀ ਤੋਂ ਵੀ ਵਧੇਰੇ ਮਿਠਾਸ ਸੀ ਉਹਦੇ ਬੋਲਾਂ 'ਚ। ਮੇਰੀ ਦਾਦੀ ਪਾਸ ਉਹਦੀਆਂ ਸਿਫਤਾਂ ਦਾ ਇੰਨਾ ਵੱਡਾ ਭੰਡਾਰ ਸੀ ਕਿ ਪੂਰੀ ਕਿਤਾਬ ਲਿਖੀ ਜਾ ਸਕਦੀ ਹੈ ਜੀਵਾਂ ਬਾਰੇ। ਮੇਰੇ ਪਿੰਡ ਦੀ ਬਜ਼ੁਰਗ ਪੀੜ੍ਹੀ ਨੂੰ ਛੱਡ ਕੇ ਬਾਕੀ ਸਭ ਧੀਆਂ ਪੁੱਤਰ ਜੀਵਾਂ ਦੇ ਹੱਥਾਂ 'ਚ ਹੀ ਜੰਮੇ ਪਲੇ ਸਨ। ਪਿੰਡ ਦੀਆਂ ਧੀਆਂ ਸ਼ਾਦੀਆਂ ਤੋਂ ਪਿੱਛੋਂ ਆਪਣੇ ਆਪਣੇ ਬਾਬਲਾਂ ਦੇ ਚੰਬੇ ਲੱਦੇ ਵਿਹੜਿਆਂ ਨੂੰ ਛੱਡ ਕੇ ਜਿਵੇਂ ਜਿਵੇਂ ਪਰਦੇਸਣਾਂ ਬਣਦੀਆਂ ਜਾ ਰਹੀਆਂ ਸਨ ਅਤੇ ਨੂੰਹਾਂ ਪਿੰਡ 'ਚ ਪ੍ਰਵੇਸ਼ ਕਰ ਰਹੀਆਂ ਸਨ, ਇਹਨਾਂ ਨੂੰਹਾਂ ਦੀ ਸਭ ਤੋਂ ਵੱਡੀ ਰਾਜ਼ਦਾਨ ਦਾਈ ਜੀਵਾਂ ਹੀ ਬਣਦੀ ਸੀ। ਸੱਸਾਂ ਅਤੇ ਉਹਨਾਂ ਦੀਆਂ ਨੂੰਹਾਂ ਦੇ ਸਾਰੇ ਭੇਦ ਲਗਾਤਾਰ ਦਾਈ ਜੀਵਾਂ ਪਾਸ ਇਕੱਠੇ ਹੁੰਦੇ ਜਾ ਰਹੇ ਸਨ। ਇਸ ਤਰ੍ਹਾਂ ਪੀੜ੍ਹੀ ਦਰ ਪੀੜ੍ਹੀ ਦੇ ਇਹ ਮਾਲਨਾਮਿਆਂ ਦਾ ਕੱਚਾ ਚਿੱਠਾ ਜੀਵਾਂ ਦੀ ਯਾਦ ਪਟਾਰੀ ਵਿੱਚ ਜਮ੍ਹਾਂ ਸੀ। ਦਾਈ ਜੀਵਾਂ ਹਰ ਇੱਕ ਦੀ ਸੁਣਦੀ, ਹਰ ਇੱਕ ਦੀ ਦੂਜੀ ਨੂੰ ਨਾ ਦੱਸਦੀ। ਬੜਾ ਹੀ ਸੋਹਣਾ ਵਕਤ ਬਤੀਤ ਕਰ ਰਹੀ ਸੀ ਉਹ। ਭਾਵੇਂ ਮੋਟੇ ਤੌਰ 'ਤੇ ਮੇਰੇ ਪਿੰਡ ਨੂੰ ਸਿੱਖ ਜ਼ਿਮੀਂਦਾਰਾਂ ਦਾ ਪਿੰਡ ਕਿਹਾ ਜਾਂਦਾ ਸੀ ਕਿਉਂ ਜੋ ਜ਼ਮੀਨ ਦੇ ਮਾਲਕ ਮਹਿਜ਼ ਉਹੀ ਸਨ, ਪਰ ਇਸ ਪਿੰਡ 'ਚ ਲਗਭਗ ਹਰ ਮਜ਼ਹਬ ਦੇ ਫਿਰਕੇ ਦੇ ਲੋਕ ਆਬਾਦ ਸਨ। ਸਿੱਖ ਜ਼ਿਮੀਂਦਾਰ ਸਨ, ਕਰੀਮ ਬਖਸ਼ ਲੋਹਾਰ, ਉਮਰਦੀਨ ਤੇਲੀ, ਅੱਲਾ ਦਿੱਤਾ ਧੋਬੀ ਦੇ ਘਰ ਸਨ, ਗਣੇਸ਼ ਭਗਤ ਜਿਹਨੂੰ ਹਰ ਕੋਈ ਲੋਟੂ ਸ਼ਾਹ ਕਹਿੰਦਾ ਸੀ, ਕਾਂਸ਼ੀ ਤੇ ਗਹਿਲਾ, ਹਿੰਦੂ ਹਟਵਾਣੀਏ ਵੀ ਪਿੰਡ ਦੇ ਵਾਸੀ ਸਨ। ਮਜ਼੍ਹਬੀ ਸਿੱਖਾਂ ਅਤੇ ਈਸਾਈ ਕਮੀਆਂ ਦੇ ਘਰ ਸਨ ਜਿਹੜੇ ਜ਼ਿਮੀਂਦਾਰਾਂ ਨਾਲ ਬਤੌਰ ਸੀਰੀ ਕੰਮ ਕਰਦੇ ਸਨ। ਸ਼ਮਸ਼ੇਰ ਸਿੰਘ ਗ੍ਰੰਥੀ, ਰਾਮੂ ਬਾਹਮਣ, ਨੱਥੂ ਮੋਚੀ, ਕੀਮਾ ਜੁਲਾਹਾ, ਬਾਰੂ ਬਾਜੀਗਰ ਵੀ ਮੇਰੇ ਪਿੰਡ 'ਚ ਰਹਿੰਦੇ ਸੀ। ਪਰ ਸਾਡੇ ਪਿੰਡ ਦੀ ਰੂਹ ਦਾਈ ਜੀਵਾਂ ਹੀ ਸੀ। ਕਿਸੇ ਵੀ ਘਰ 'ਚ ਨਵੇਂ ਬੱਚੇ ਦੇ ਆਉਣ ਦੀ ਉਮੀਦ ਹੁੰਦੀ, ਕਈ ਹਫ਼ਤੇ ਪਹਿਲਾਂ ਹੀ ਜੀਵਾਂ ਦੀ ਲੋੜ ਪੈ ਜਾਂਦੀ। ਜ਼ੈਲਦਾਰ ਜਵਾਲਾ ਸਿੰਘ ਦੇ ਘਰ ਪੁੱਤਰ ਜਨਮ ਲੈਂਦਾ, ਉਹ ਮੁਬਾਰਕਾਂ ਦਿੰਦੀ ਨਾ ਥੱਕਦੀ। ਬਾਰੂ ਬਾਜੀਗਰ ਬੁਲਾਉਣ ਆ ਜਾਂਦਾ ਕਿ ਉਹਦੀ ਤੀਵੀਂ ਦਰਦ ਨਾਲ ਕਰਾਹ ਰਹੀ ਹੈ। ਜੀਵਾਂ ਸਾਰੀ ਰਾਤ ਉਹਦੀ ਝੌਂਪੜੀ 'ਚ ਗੁਜ਼ਾਰ ਦਿੰਦੀ। ਸੁਬਾਹ ਹੋਣ ਤੋਂ ਪਹਿਲਾਂ ਹੀ ਰਾਮੂ ਬਾਹਮਣ ਬੁਲਾ ਕੇ ਲੈ ਜਾਂਦਾ ਕਿ ਪੰਡਤਾਣੀ ਨੇ ਯਾਦ ਕੀਤਾ। ਇਸ ਤਰ੍ਹਾਂ ਦਿਨ ਰਾਤ 24 ਘੰਟੇ ਦਾਈ ਜੀਵਾਂ ਇੱਕ ਤੋਂ ਬਾਅਦ ਦੂਜੇ, ਫਿਰ ਤੀਜੇ, ਫਿਰ ਚੌਥੇ ਘਰ 'ਚ ਹਰ ਕਿਸੇ ਦੀ ਲੋੜ ਪੂਰੀ ਕਰਦੀ ਰਹਿੰਦੀ। ਕਿਤੇ ਉਹਦੇ ਹੱਥ 'ਚ ਨਵਾਂ ਬੱਚਾ ਹੁੰਦਾ, ਉਹਨੂੰ ਉਹ ਚੁੰਮਦੀ ਪੁਚਕਾਰਦੀ ਅਤੇ ਦੂਜੀ ਥਾਂ ਕਿਸੇ ਦੇ ਪੋਤੜੇ ਧੋਂਦੀ, ਤੀਜੀ ਕਿਸੇ ਜੱਚਾ ਦੀ ਮੁੱਠੀ ਚਾਪੀ ਕਰ ਰਹੀ ਹੁੰਦੀ ਅਤੇ ਗਣੇਸ਼ ਭਗਤ ਦੇ ਘਰ ਪੋਤੀ ਦੇ ਜਨਮ ਲੈਣ 'ਤੇ ਅਫਸੋਸ 'ਚ ਡੁੱਬੇ ਪਰਿਵਾਰ ਦੇ ਜੀਆਂ ਨੂੰ ਦਿਲਾਸਾ ਦੇ ਰਹੀ ਹੁੰਦੀ। ਵਾਹ ਸ਼ਾਹਣੀ, ਤੂੰ ਵੀ ਅਜੀਬ ਔਰਤ ਹੈ। ਸੁਣਿਆ ਨਹੀਂ ਧੀਆਂ ਘਰ ਦੀ ਦੌਲਤ ਹੁੰਦੀਆਂ ਨੇ, ਲੱਛਮੀ। ਤੈਨੂੰ ਗਮ ਕਿਸ ਗੱਲ ਦਾ? ਉਹ ਗਣੇਸ਼ ਭਗਤ ਦੀ ਵਹੁਟੀ ਨੂੰ ਸਮਝਾਉਂਦੀ। ਆਪਣੇ ਕੰਮਕਾਰ ਤੋਂ ਵਿਹਲਿਆਂ ਹੋ ਕੇ ਕਦੀ ਵੀ ਖਾਲੀ ਹੱਥੀਂ ਘਰ ਨਾ ਪੁੱਜਦੀ। ਉਹਦੀ ਝੋਲੀ ਤਿਲਾਂ, ਚੌਲਾਂ, ਦਾਣਿਆਂ ਜਾਂ ਆਟੇ ਨਾਲ ਭਰੀ ਹੁੰਦੀ। ਉਹਦੇ ਹੱਥਾਂ 'ਚ ਗੁੜ ਦੀਆਂ ਰਿਓੜੀਆਂ ਹੁੰਦੀਆਂ, ਦੁੱਧ ਦਾ ਗਲਾਸ ਹੁੰਦਾ ਜਾਂ ਕੋਈ ਵੀ ਹੋਰ ਚੀਜ਼ ਜਿਹੜੀ ਉਹਨੂੰ ਕਿਸੇ ਵੀ ਘਰ ਤੋਂ ਭੇਟਾ ਕੀਤੀ ਜਾਂਦੀ। ਉਹ ਦਿਲ ਦੀ ਇੰਨੀ ਸ਼ਾਹ ਸੀ, ਬਹੁਤੀ ਵਾਰ ਸਰਦੇ ਪੁੱਜਦੇ ਘਰਾਂ 'ਚੋਂ ਹਾਸਲ ਕੀਤੀਆਂ ਚੀਜ਼ਾਂ ਗਰੀਬ ਲੋੜਵੰਦਾਂ ਨੂੰ ਵੰਡ ਦਿੰਦੀ।
ਭਾਵੇਂ ਲੋਕ ਗਣੇਸ਼ ਭਗਤ ਦੀ ਵਹੁਟੀ ਨੂੰ ਸ਼ਾਹਣੀ ਕਹਿੰਦੇ ਸੀ ਕਿਉਂ ਜੋ ਜ਼ਰੂਰਤਮੰਦਾਂ ਨੂੰ ਵਿਆਜ 'ਤੇ ਰੁਪਏ ਉਧਾਰ ਦਿੰਦੀ ਸੀ, ਪਰ ਅਸਲ ਸ਼ਾਹਣੀ ਜੀਵਾਂ ਹੀ ਜਿਸ ਪਾਸੋਂ ਹਰ ਲੋੜਵੰਦ ਸਹਿਜੇ ਹੀ ਆਪਣੀ ਲੋੜ ਪੂਰੀ ਕਰ ਲੈਂਦਾ ਸੀ। ਉਹ ਕਦੇ ਕਿਸੇ ਨੂੰ ਨਾ ਨਹੀਂ ਸੀ ਕਰਦੀ। ਜੀਵਾ ਪਿੰਡ ਦੀ ਨਰਸ ਤਾਂ ਸੀ ਹੀ, ਉਹ ਲੇਡੀ ਡਾਕਟਰ ਵੀ ਸੀ। ਔਰਤਾਂ ਦੀਆਂ ਸਾਰੀਆਂ ਬਿਮਾਰੀਆਂ ਦੇ ਨੁਸਖੇ ਉਹਨੂੰ ਹਿਫਜ਼ ਸਨ। ਜਿਸ ਤਰ੍ਹਾਂ ਦੀ ਮਰਜ਼ ਹੁੰਦੀ ਉਹ ਇੱਕਦਮ ਇਲਾਜ ਤਜਵੀਜ਼ ਕਰ ਦਿੰਦੀ। ਭਾਵੇਂ ਗ੍ਰੰਥੀ ਭਾਈ ਸ਼ਮਸ਼ੇਰ ਸਿੰਘ ਵੀ ਹਕੀਮੀ ਕਰਦਾ ਸੀ, ਪਰ ਉਹ ਇਸ ਗੱਲ 'ਤੇ ਬੜਾ ਬਦਨਾਮ ਸੀ ਕਿ ਉਹ ਲੋਕਾਂ ਨੂੰ ਟੂਣੇ ਮੰਤਰ ਲਿਖ ਕੇ ਦਿੰਦਾ ਸੀ। ਇਸ ਲਈ ਜਦ ਵੀ ਕਿਸੇ ਦੀ ਅੱਖ ਦੁਖਦੀ, ਸਿਰ ਦਰਦ ਜਾਂ ਢਿੱਡ ਪੀੜ ਹੁੰਦੀ ਜਾਂ ਕੋਈ ਹੋਰ ਤਕਲੀਫ, ਤਾਂ ਝੱਟ ਜੀਵਾ ਨੂੰ ਬੁਲਾ ਲਿਆ ਜਾਂਦਾ। ਉਹਦੇ ਸਿਰ ਉੱਪਰਲੇ ਲੀੜੇ ਦੀ ਇੱਕ ਕੰਨੀ 'ਚ ਨਸਵਾਰ ਦੀ ਡੱਬੀ, ਦੂਜੀ 'ਚ ਸੁਰਮੇ ਦੀ ਇੱਕ ਸ਼ੀਸ਼ੀ ਸੁਰਮ 'ਚ ਬੱਧੇ ਹੋਏ ਹੁੰਦੇ, ਤੀਜੀ ਕੰਨੀ 'ਚ ਕੁਝ ਪੁੜੀਆਂ ਹੁੰਦੀਆਂ ਸਿਰ ਪੀੜ, ਪੇਟ ਦਰਦ, ਜ਼ੁਕਾਮ, ਖਾਂਸੀ ਜਾਂ ਕਿਸੇ ਹੋਰ ਮਰਜ਼ ਲਈ। ਇਸ ਤਰ੍ਹਾਂ ਦਾਈ ਜੀਵਾ ਇੱਕ ਚੱਲਦਾ ਫਿਰਦਾ ਹਸਪਤਾਲ ਸੀ ਅਤੇ ਜੀਵਾਂ ਦਾ ਖਾਨਦਾਨ ਬਹੁਤ ਹੀ ਮੁਖਤਸਰ ਸੀ। ਉਹਦਾ ਪਤੀ ਨੂਰਾ ਅਤੇ ਇੱਕੋ ਇੱਕ ਲੜਕੀ ਫਾਤਿਮਾ, ਜਿਹਦੀ ਸ਼ਾਦੀ ਬਹੁਤ ਸਾਲ ਪਹਿਲਾਂ ਕਰਤੀ ਗਈ ਸੀ। ਫਾਤਿਮਾ ਦੇ ਸਹੁਰਿਆਂ ਨੇ ਮੰਗ ਕੀਤੀ ਸੀ ਕਿ ਜੀਵਾ ਆਪਣੀ ਲੜਕੀ ਦੀ ਸ਼ਾਦੀ ਆਪਣੇ ਰਿਸ਼ਤੇਦਾਰਾਂ ਪਾਸ ਇੱਕ ਮੁਸਲਮਾਨ ਪਿੰਡ 'ਚ ਜਾ ਕੇ ਕਰੇ, ਕਿਉਂ ਜੋ ਉਹਨਾਂ ਨੂੰ ਡਰ ਸੀ ਕਿ ਸਿੱਖਾਂ ਦਾ ਪਿੰਡ ਹੋਣ ਕਰਕੇ ਸ਼ਾਇਦ ਸਰਦਾਰਾਂ ਦੇ ਇਸ ਪਿੰਡ 'ਚ ਹਲਾਲ ਦੀ ਇਜਾਜ਼ਤ ਨਾ ਮਿਲੇ ਅਤੇ ਜੀਵਾ ਬਰਾਤ ਦੀ ਖਿਦਮਤ ਪੂਰੀ ਤਰ੍ਹਾਂ ਨਾ ਕਰ ਸਕੇ। ਪਰ ਜਦ ਇਸ ਗੱਲ ਦੀ ਖਬਰ ਪਿੰਡ ਦੇ ਮੋਤਬਰ ਆਦਮੀਆਂ ਪਾਸ ਪੁੱਜੀ ਤਾਂ ਉਹਨਾਂ ਨੇ ਜੀਵਾ ਤੇ ਨੂਰੇ ਨੂੰ ਕਿਹਾ, ਫਾਤਿਮਾ ਸਾਡੀ ਸਕੀਆਂ ਧੀਆਂ ਤੋਂ ਵੱਧ ਹੈ। ਅਸੀਂ ਇਹ ਹੇਠੀ ਕਦੀ ਵੀ ਬਰਦਾਸ਼ਤ ਨਹੀਂ ਕਰ ਸਕਦੇ ਕਿ ਫਾਤਿਮਾ ਦਾ ਵਿਆਹ ਕਿਸੇ ਹੋਰ ਪਿੰਡ ਜਾ ਕੇ ਕੀਤਾ ਜਾਏ। ਤੁਸੀਂ ਜਿਵੇਂ ਚਾਹੋ ਜੰਝ ਦੀ ਸੇਵਾ ਕਰੋ, ਤੁਹਾਨੂੰ ਪੂਰੀ ਖੁੱਲ੍ਹ ਹੈ। ਪਿੰਡ ਦੇ ਜ਼ਿਮੀਂਦਾਰਾਂ ਨੇ ਉਗਰਾਹੀ ਲਾ ਕੇ ਸਾਂਝੇ ਤੌਰ 'ਤੇ ਫਾਤਿਮਾ ਨੂੰ ਦਾਜ 'ਚ ਦੇਣ ਲਈ ਇੱਕ ਮੱਝ ਤੋਂ ਛੁੱਟ ਬਰਾਤ ਦੀ ਸੇਵਾ ਲਈ 2 ਬੱਕਰੇ ਵੀ ਜੀਵਾ ਨੂੰ ਲੈ ਕੇ ਦਿੱਤੇ। ਫਾਤਿਮਾ ਦਾ ਵਿਆਹ ਬਹੁਤ ਧੂਮ-ਧਾਮ ਅਤੇ ਸੱਜ-ਧੱਜ ਨਾਲ ਹੋਇਆ। ਸਾਰੇ ਪਿੰਡ ਦਾ ਕੋਈ ਵੀ ਘਰ ਅਜਿਹਾ ਨਹੀਂ ਸੀ ਜਿਹਨੇ ਇਸ ਵਿਆਹ 'ਚ ਆਪਣੀ ਵਿੱਤ ਅਨੁਸਾਰ ਹਿੱਸਾ ਨਾ ਪਾਇਆ ਹੋਵੇ। ਫਾਤਿਮਾ ਦੇ ਸਹੁਰੇ ਬਹੁਤ ਹੀ ਖੁਸ਼ ਹੋਏ। ਫਾਤਿਮਾ 7 ਵਰ੍ਹਿਆਂ 'ਚ ਹੀ 4 ਬੱਚਿਆਂ ਦੀ ਮਾਂ ਬਣ ਗਈ। ਜੀਵਾ ਨੇ ਫਾਤਿਮਾ ਦੇ ਵੱਡੇ ਪੁੱਤਰ ਤੇ ਧੀ ਨੂੰ ਆਪਣੇ ਪਾਸ ਲੈ ਆਂਦਾ। ਨੂਰੇ ਪਾਸ ਇੱਕ ਬੱਕਰੀ ਸੀ, 2 ਉਹਦੇ ਲੇਲੇ, ਜਿਨ੍ਹਾਂ ਨਾਲ ਉਹਦਾ ਦਿਲ ਲੱਗਾ ਰਹਿੰਦਾ ਸੀ। ਨੂਰਾ ਖੇਤਾਂ ਦੇ ਬੰਨਿਆਂ 'ਤੇ ਉਹਨਾਂ ਨੂੰ ਚਾਰ ਲਿਆਉਂਦਾ ਸੀ। ਉਹਨਾਂ ਜੋਗਾ ਚਾਰਾ ਵੀ ਖੇਤਾਂ 'ਚੋਂ ਵੱਢ ਲਿਆਉਂਦਾ ਸੀ। ਕਦੀ ਵੀ ਕਿਸੇ ਨੇ ਉਹਨੂੰ ਰੋਕਿਆ ਨਹੀਂ ਸੀ। ਜਾਂ ਵਾਢੀਆਂ ਦੇ ਦਿਨਾਂ 'ਚ ਨੂਰਾ ਕਣਕ ਦੀਆਂ ਭਰੀਆਂ ਇਕੱਠੀਆਂ ਕਰਕੇ ਪਿੰਡ ਦੇ ਨੇੜੇ ਨਿਆਈ 'ਚ ਆਪਣਾ ਖਲਵਾੜਾ ਲਾ ਲੈਂਦਾ। ਹਰ ਜ਼ਿਮੀਂਦਾਰ ਆਪਣੀ ਵਿੱਤ ਅਨੁਸਾਰ 2, 3 ਜਾਂ 4 ਭਰੀਆਂ ਦਾਈ ਜੀਵਾਂ ਦੀ ਸੇਵਾ ਬਦਲੇ ਉਹਨੂੰ ਦਿੰਦਾ। ਇਸ ਤਰ੍ਹਾਂ ਉਹਨਾਂ ਪਾਸ ਹਰ ਸਾਲ ਚੋਖੇ ਦਾਣੇ ਵੀ ਜਮ੍ਹਾਂ ਹੋ ਜਾਂਦੇ। ਫਾਤਿਮਾ ਦੇ ਵਿਆਹ ਤੋਂ 2 ਸਾਲ ਪਹਿਲਾਂ ਦੀ ਗੱਲ ਹੈ ਕਿ ਉਹ ਜ਼ੈਲਦਾਰ ਜਵਾਲਾ ਸਿੰਘ ਦੇ ਖੇਤਾਂ 'ਚ ਸਾਗ ਤੋੜ ਰਹੀ ਸੀ। ਜਵਾਲਾ ਸਿੰਘ ਦਾ ਸਭ ਤੋਂ ਛੋਟਾ ਮੁੰਡਾ, ਜਿਹੜਾ ਲਾਇਲਪੁਰ ਦੇ ਕਾਲਜ 'ਚ ਪੜ੍ਹ ਰਿਹਾ ਸੀ, ਛੁੱਟੀਆਂ 'ਚ ਘਰ ਆਇਆ ਹੋਇਆ ਸੀ। ਉਹਨੇ ਫਾਤਿਮਾ ਨੂੰ ਇਕੱਲਿਆਂ ਵੇਖ ਕੇ ਪਹਿਲਾਂ ਇਹ ਬੋਲ ਕਹੇ, ਕਿਹੜੀ ਏ ਤੂੰ ਸਾਗ ਤੋੜਦੀ, ਹੱਥ ਸੋਚ ਕੇ ਗੰਦਲ ਨੂੰ ਲਾਈ, ਅਤੇ ਫਿਰ ਉਹਦੇ ਹੁਸਨ ਦੀ ਤਾਰੀਫ 'ਚ ਕੁਝ ਲਫ਼ਜ਼ ਕਹੇ। ਫਾਤਿਮਾ ਉਸੇ ਪਲ ਹੰਭਦੀ ਹੁੱਟਦੀ ਦੌੜ ਕੇ ਘਰ ਪੁੱਜੀ। ਇਹ ਖਬਰ ਸਾਰੇ ਪਿੰਡ 'ਚ ਜੰਗਲ ਦੀ ਅੱਗ ਵਾਂਗ ਫੈਲ ਗਈ। ਪਿੰਡ ਦੇ ਪੰਚ ਇਕੱਠੇ ਹੋਏ ਜਵਾਲਾ ਸਿੰਘ ਦਾ ਬਾਈਕਾਟ ਕਰਨ ਦਾ ਫੈਸਲਾ ਕੀਤਾ ਗਿਆ। ਸਾਰੇ ਕਮੀਆਂ ਨੂੰ ਉਸ ਦੇ ਕੰਮ ਕਰਨ ਤੋਂ ਰੋਕ ਦਿੱਤਾ ਗਿਆ। ਜਵਾਲਾ ਸਿੰਘ ਜਾਂ ਉਹਦੇ ਪਰਿਵਾਰ ਦੇ ਕਿਸੇ ਮੈਂਬਰ ਨਾਲ ਬੋਲ ਚਾਲ ਰੱਖਣ ਵਾਲੇ ਪਾਸੋਂ 5 ਰੁਪਏ ਡੰਨ ਲੈਣਾ ਤਜਵੀਜ਼ ਕੀਤਾ ਗਿਆ। 2 ਦਿਨਾਂ 'ਚ ਹੀ ਜ਼ੈਲਦਾਰ ਨੂੰ ਨਾਨੀ ਚੇਤੇ ਆਈ ਅਤੇ ਉਹਨੇ ਜੀਵਾ ਤੇ ਨੂਰੇ ਦੇ ਪੈਰਾਂ 'ਤੇ ਪੱਗ ਰੱਖ ਕੇ ਮੁਆਫੀ ਮੰਗੀ। ਤਾਂ ਜਾ ਕੇ ਬਰਾਦਰੀ ਨੇ ਉਹਦਾ ਬਾਈਕਾਟ ਖਤਮ ਕੀਤਾ। ਪਿੰਡ 'ਚ ਮਾੜੇ ਮੋਟੇ ਝਗੜੇ ਤਾਂ ਅਕਸਰ ਹੋ ਜਾਂਦੇ ਸਨ, ਪਰ ਕਿਸੇ ਵੀ ਨੂੰਹ ਧੀ ਦੀ ਇੱਜ਼ਤ 'ਤੇ ਇਹ ਪਹਿਲਾ ਵਾਰ ਸੀ। ਇਹ ਤੋਂ ਪਿੱਛੋਂ ਪਿੰਡ 'ਚ ਕੋਈ ਘਟਨਾ ਨਾ ਵਾਪਰੀ। ਦੇਸ਼ ਦੀ ਆਜ਼ਾਦੀ ਦਾ ਵਰ੍ਹਾ ਬਰਬਾਦੀ ਦੀਆਂ ਸੂਆਂ ਨਾਲ ਸ਼ੁਰੂ ਹੋਇਆ। ਮੇਰੇ ਪਿੰਡ 'ਚ ਹੀ ਭਾਰਤ ਦੇ ਵੱਖ-ਵੱਖ ਹਿੱਸਿਆਂ 'ਚੋਂ ਫਿਰਕੂ ਫਸਾਦਾਂ ਦੀਆਂ ਖਬਰਾਂ ਅੱਪੜਨ ਲੱਗੀਆਂ। ਮਾਸੂਮਾਂ ਦੇ ਟੁੱਟੇ, ਬੇਗੁਨਾਹਾਂ ਦੇ ਕਤਲ, ਨੰਗੀਆਂ ਔਰਤਾਂ ਦੇ ਜਲੂਸ, ਅਬਲਾਵਾਂ ਦੀ ਬੇਇੱਜ਼ਤੀ, ਜਾਇਦਾਦਾਂ ਦੀ ਲੁੱਟ ਖਸੁੱਟ, ਮਾਰ ਧਾੜ, ਚਾਰੇ ਪਾਸੇ ਅੱਗ ਦੇ ਭਾਂਬੜ ਤੇ ਖੂਨ ਦੀ ਹੋਲੀ। ਮੇਰੇ ਪਿੰਡ ਦੇ ਲੋਕ ਜਿੱਥੇ ਇਹ ਸੋਚਦੇ ਸਨ, ਫਿਰ ਕੀ ਹੈ ਜੇ ਪਾਕਿਸਤਾਨ ਬਣ ਗਿਆ, ਅਸੀਂ ਇੱਧਰ ਹੀ ਰਹੀ ਜਾਵਾਂਗੇ, ਸਾਡੇ ਰਿਸ਼ਤੇਦਾਰ ਉੱਧਰ। ਕਈ ਜਾਇਦਾਦਾਂ ਛੱਡ ਕੇ ਵੀ ਕੋਈ ਘਰੋਂ ਬੇਘਰ ਹੋਇਆ ਹੈ ਅਤੇ ਹੁਣ ਉਹ ਇਸ ਉਮੀਦ 'ਚ ਸਨ ਕਿ ਪਤਾ ਨਹੀਂ ਕਿਹੜੇ ਵੇਲੇ ਪਿੰਡ ਛੱਡ ਕੇ ਦੌੜਨਾ ਪੈ ਜਾਏ ਜਾਂ ਕਿਸੇ ਵੀ ਘੜੀ ਉਹਨਾਂ ਦਾ ਅੰਤ ਹੋ ਸਕਦਾ ਹੈ। ਪਿੰਡ 'ਚ ਮੁਸਲਮਾਨਾਂ ਦੇ ਗਿਣਤੀ ਦੇ ਹੀ ਘਰ ਹੋਣ ਕਾਰਨ ਉਹਨਾਂ ਮਸ਼ਵਰਾ ਕੀਤਾ ਕਿ ਉਹ ਕਿਸੇ ਲਾਗਲੇ ਮੁਸਲਮਾਨ ਪਿੰਡ ਚਲੇ ਜਾਣ। ਪਿੰਡ ਦੇ ਜ਼ਿਮੀਂਦਾਰਾਂ ਵੱਲੋਂ ਉਹਨਾਂ ਨੂੰ ਪੂਰਾ ਯਕੀਨ ਦਿਵਾਇਆ ਗਿਆ ਕਿ ਤੁਸੀਂ ਫਿਕਰ ਨਾ ਕਰੋ, ਸਾਨੂੰ ਖਤਮ ਕਰਕੇ ਹੀ ਕੋਈ ਤੁਹਾਡੇ ਵਾਹ ਵੱਲ ਵੇਖੇਗਾ।
ਪਿੰਡ 'ਚ ਇੱਕ ਦਿਨ ਬਾਹਰਲੇ ਪਿੰਡਾਂ ਤੋਂ ਹਥਿਆਰਬੰਦ ਸਿੱਖਾਂ ਦਾ ਟੋਲਾ ਆਇਆ। ਗੁਰਦੁਆਰੇ 'ਚ ਪਿੰਡ ਦੇ ਲੋਕਾਂ ਨਾਲ ਮਿਲ ਕੇ ਸਾਰੀ ਰਾਤ ਉਹ ਪਤਾ ਨਹੀਂ ਕੀ ਸਲਾਹ ਮਸ਼ਵਰੇ ਕਰਦੇ ਰਹੇ। ਅੱਲਾ ਦਿੱਤੇ ਨੂੰ ਕਿਸੇ ਤਰ੍ਹਾਂ ਗੁਰਦੁਆਰੇ 'ਚ ਹੋ ਰਹੇ ਇਕੱਠ ਦੀ ਸੂਹ ਮਿਲ ਗਈ। ਉਹਨੇ ਕਰੀਮ ਬਖਸ਼ ਤੇ ਉਮਰਦੀਨ ਨਾਲ ਸਲਾਹ ਕਰਕੇ ਉਸੇ ਸਮੇਂ ਪਿੰਡ ਛੱਡਣ ਦਾ ਫੈਸਲਾ ਕਰ ਲਿਆ ਤੇ ਉਹ ਰਾਤੋਂ ਰਾਤ ਪਰਿਵਾਰ ਸਮੇਤ 4 ਮੀਲ ਹਟਵੇਂ ਮੁਸਲਮਾਨਾਂ ਦੇ ਪਿੰਡ ਪੁੱਜ ਗਏ। ਅਗਲਾ ਦਿਨ ਦਾਈ ਜੀਵਾ ਤੇ ਨੂਰੇ ਦਾ ਜਵਾਈ ਉਹਨਾਂ ਨੂੰ ਲੈਣ ਆ ਗਿਆ। ਜੀਵਾ ਨੇ ਉਸ ਨਾਲ ਜਾਣ ਤੋਂ ਨਾ ਕਰਤੀ, ਪਰ ਉਹ ਆਪਣੇ ਬੱਚਿਆਂ ਤੇ ਨੂਰੇ ਨੂੰ ਨਾਲ ਲੈ ਗਿਆ। ਬਾਹਰਲੇ ਹਮਲਿਆਂ ਤੋਂ ਡਰਦਿਆਂ ਪਿੰਡ ਕਿਲਿਆਂ ਦੀ ਸ਼ਕਲ ਧਾਰ ਰਹੇ ਸਨ ਤੇ ਸਾਰੀ ਰਾਤ ਹਰ ਪਿੰਡ 'ਚ ਢੋਲੀਆਂ ਪਹਿਲਾਂ ਪਹਿਰਾ ਦਿੰਦੀਆਂ। ਅੱਜ ਸ਼ਾਮ ਤੋਂ ਹੀ ਦੂਰ ਦੂਰ ਵੱਜਦੀ ਨੌਬਤ ਦੀ ਆਵਾਜ਼ ਸੁਣਾਈ ਦੇ ਰਹੀ ਸੀ। ਰਾਤ ਦੇ ਸਨਾਟੇ 'ਚ ਹੋਰ ਤੇਜ਼ ਤੇ ਡਰਾਉਣੀ ਹੁੰਦੀ ਜਾ ਰਹੀ ਸੀ। ਪਿੰਡ 'ਚ ਨੀਂਦ ਨਹੀਂ ਸੀ ਆ ਰਹੀ। ਅੱਧੀ ਰਾਤ ਦੇ ਕਰੀਬ ਕੰਧ ਟੱਪ ਕੇ ਅੱਲਾ ਦਿੱਤਾ ਤੇ ਉਮਰਦੀਨ ਪਿੰਡ ਦੇ ਅੰਦਰ ਦਾਖਲ ਹੋਏ। ਪਿੰਡ ਦੇ ਚੌਕ 'ਚ ਗਣੇਸ਼ ਭਗਤ ਦੀ ਹੱਟੀ ਅੱਗੇ ਡਿੱਠੇ ਵੱਡੇ ਤਖਤਪੋਸ਼ ਉੱਤੇ ਪਿੰਡ ਦੇ 30-40 ਆਦਮੀ ਬੜੀ ਡਾਵਾਂ-ਡੋਲ ਹਾਲਤ ਵਿੱਚ ਬੈਠੇ ਸਨ। ਅੱਲਾ ਦਿੱਤਾ ਤੇ ਸਭ ਨੂੰ ਇਕੱਠਿਆਂ ਹੀ ਮੁਖਾਤਬ ਕਰਦਿਆਂ ਕਿਹਾ ਕਿ ਭਰਾਓ, ਹੁਣ ਔਖੀ ਘੜੀ ਆ ਪੁੱਜੀ ਹੈ। ਹੋਰ 2 ਘੰਟਿਆਂ ਤੱਕ ਬਹੁਤ ਵੱਡਾ ਹਮਲਾ ਹੋਣ ਵਾਲਾ ਹੈ। ਜਿਵੇਂ ਹੀ ਹੁੰਦਾ ਜੇ ਆਪਣੀਆਂ ਜਾਨਾਂ ਲੈ ਕੇ ਗੋਜਰੇ ਦੇ ਕੈਂਪ 'ਚ ਪੁੱਜ ਜਾਓ। ਅਸੀਂ ਤੁਹਾਡੀ ਮੁਹੱਬਤ ਤੇ ਅਹਿਸਾਨਾਂ ਦਾ ਬਦਲਾ ਕਦੀ ਨਹੀਂ ਚੁਕਾ ਸਕਦੇ। ਹੁਣ ਮਿੰਟ ਦੀ ਦੇਰੀ ਵੀ ਸਾਡੀ ਤੇ ਤੁਹਾਡੀ ਤਬਾਹੀ ਦੀ ਵਜ੍ਹਾ ਬਣ ਸਕਦੀ ਹੈ। ਸਾਨੂੰ ਅਫਸੋਸ ਹੈ ਕਿ ਕੁਝ ਦਿਨ ਪਹਿਲਾਂ ਅਸੀਂ ਤੁਹਾਨੂੰ ਦੱਸੇ ਬਿਨਾਂ ਹੀ ਰਾਤੋਂ ਰਾਤ ਪਿੰਡ ਛੱਡ ਗਏ, ਪਰ ਜੇ ਅਸੀਂ ਉਸ ਦਿਨ ਨਾ ਜਾਂਦੇ ਤਾਂ ਅੱਜ ਸਾਨੂੰ ਇਹ ਖਿਦਮਤ ਕਰਨ ਦਾ ਮੌਕਾ ਨਾ ਮਿਲਦਾ। ਸਭ ਨੂੰ ਇੱਕਦਮ ਅਫੜਾ ਦਫੜੀ ਪੈ ਗਈ। ਆਪਣੇ ਘਰ ਤੇ ਪਿੰਡ ਛੱਡਣ ਤੇ ਕਿਸੇ ਦਾ ਵੀ ਦਿਲ ਨਹੀਂ ਸੀ ਕਰਦਾ, ਪਰ ਹੋਰ ਹੋ ਵੀ ਕੀ ਸਕਦਾ ਸੀ। ਮਿੰਟਾਂ 'ਚ ਪਿੰਡ ਖਾਲੀ ਹੋਣਾ ਸ਼ੁਰੂ ਹੋ ਗਿਆ। ਲੋਕ ਉੱਚੀ ਆਵਾਜ਼ ਵੀ ਨਹੀਂ ਸੀ ਕੱਢਦੇ, ਮਤਾ ਕਿਸੇ ਦੁਸ਼ਮਣ ਦੇ ਕੰਨਾਂ ਤੱਕ ਪੁੱਜ ਜਾਏ। 2 ਆਵਾਜ਼ਾਂ ਸਾਫ਼ ਸੁਣਾਈ ਦੇ ਰਹੀਆਂ ਸਨ, ਨੌਬਤਾਂ ਉੱਪਰ ਡਿੱਗਿਆਂ ਦੇ ਵੱਜਣ ਤੇ ਕੁੱਤਿਆਂ ਤੇ ਭੌਂਕਣ ਦੀ ਆਵਾਜ਼। ਅੱਲਾ ਦਿੱਤਾ ਨੂੰ ਜਵਾਲਾ ਸਿੰਘ ਜੈਲਦਾਰ ਨੇ ਦੱਸਿਆ ਕਿ ਉਹਦੀ ਛੋਟੀ ਧੀ ਆਪਣਾ ਪਹਿਲਾ ਜਣੇਪਾ ਕੱਟਣ ਉਹਨਾਂ ਪਾਸ ਆਈ ਹੋਈ ਹੈ ਤੇ ਹੁਣੇ ਹੀ ਜੀਵਾ ਨੂੰ ਸੱਦ ਭੇਜਿਆ। ਤੇ ਜਦੋਂ ਅੱਲਾ ਦਿੱਤਾ ਜਵਾਲਾ ਸਿੰਘ ਦੇ ਨਾਲ ਉਹਦੇ ਘਰ ਪੁੱਜਾ ਤਾਂ ਜੀਵਾ ਨੇ ਦੱਸਿਆ ਕਿ ਕੁੜੀ ਨੂੰ ਜਨਨ ਪੀੜਾਂ ਹੋ ਰਹੀਆਂ ਨੇ। ਇਸ ਹਾਲਤ ਵਿੱਚ ਉਹਨੂੰ ਕਿਸੇ ਤਰ੍ਹਾਂ ਨਾਲ ਨਹੀਂ ਸੀ ਲਿਜਾਇਆ ਜਾ ਸਕਦਾ। ਹੁਣ ਹੋਰ ਸੋਚਣ ਦਾ ਵਕਤ ਵੀ ਕਿੱਥੇ ਸੀ। ਅਖੀਰ ਅੱਲਾ ਦਿੱਤੇ ਨੇ ਜੀਵਾ ਨਾਲ ਸਲਾਹ ਕਰਕੇ ਆਪਣਾ ਫੈਸਲਾ ਦਿੰਦਿਆਂ ਹੋਇਆਂ ਜੈਲਦਾਰ ਨੂੰ ਕਿਹਾ, ਤੁਸੀਂ ਅੱਲਾ ਦੇ ਨਾਂ ਤੇ ਸਾਡੇ ਤੇ ਯਕੀਨ ਕਰੋ। ਇਸ ਬੇਟੀ ਨੂੰ ਸਾਡੇ ਪਾਸੋਂ ਇਮਾਨਤ ਵਜੋਂ ਛੱਡਦੇ ਹੋਏ ਜਲਦੀ ਤੋਂ ਜਲਦੀ ਪਿੰਡ ਛੱਡਣ ਦੀ ਕਰੋ, ਨਹੀਂ ਤਾਂ ਸਾਡੇ ਵਿੱਚੋਂ ਕਿਸੇ ਦੀ ਖੈਰ ਨਹੀਂ। ਸਾਡੀ ਮੌਤ ਤੋਂ ਪਿੱਛੋਂ ਹੀ ਤੁਹਾਡੀ ਬੇਟੀ ਦੀ ਇੱਜ਼ਤ ਨੂੰ ਕੋਈ ਹੱਥ ਪਾ ਸਕੇਗਾ। ਹਾਂ, ਇਹਨੂੰ ਜੀਵਾ ਦੇ ਘਰ ਤੱਕ ਪਹੁੰਚਾਓ ਜਾਓ। ਮੈਂ ਦੂਜੇ ਪਿੰਡ ਆਪਣੀ ਬੀਵੀ ਨੂੰ ਇਹਦੀ ਦੇਖਭਾਲ ਲਈ ਲਿਆਉਣਾ। ਜੈਲਦਾਰ ਤੇ ਉਹਦੀ ਤਰੀਮਤ ਲਈ ਇਹ ਅੰਤਿਮ ਫੈਸਲੇ ਦੀ ਘੜੀ ਸੀ। ਧੀ ਨੂੰ ਜਣੇਪੇ ਦੀ ਹਾਲਤ ਵਿੱਚ ਛੱਡ ਕੇ ਉਹ ਕਿਵੇਂ ਜਾਣ। ਆਖਰ ਗਮਾਂ ਦੀ ਪੰਡ ਹਿੱਕ 'ਚ ਸੰਭਾਲ ਕੇ ਆਪਣੀ ਧੀ ਨੂੰ ਦਾਈ ਜੀਵਾ ਦੇ ਘਰ ਰੱਬ ਦੀ ਮਿਹਰ 'ਤੇ ਛੱਡਦਿਆਂ ਹੋਇਆਂ ਭਰੇ ਹੋਏ ਦਿਲ ਨਾਲ ਆਪਣੇ ਪਿੰਡ ਨੂੰ ਉਹਨਾਂ ਨੇ ਇਸ ਉਮੀਦ ਨਾਲ ਅਲਵਿਦਾ ਆਖੀ ਕਿ ਹਾਲਤ ਠੀਕ ਹੁੰਦਿਆਂ ਹੀ ਉਹ ਵਾਪਸ ਪਰਤ ਆਉਣਗੇ। ਜਲਦੀ ਹੀ ਧਾੜਵੀਆਂ ਦੀ ਵਾਰ, ਬੰਦੂਕਾਂ, ਗੰਡਾਸੇ, ਛਵੀਆਂ, ਬਰਛੀਆਂ, ਤਲਵਾਰਾਂ ਹੱਥਾਂ 'ਚ ਫੜੀ ਅੱਲਾਹੂ ਅਕਬਰ ਦੇ ਨਾਅਰੇ ਲਾਉਂਦੇ ਪਿੰਡ 'ਚ ਇਸ ਤਰ੍ਹਾਂ ਦਾਖਲ ਹੋਈ ਜਿਵੇਂ ਜਮਰੌਦ ਦਾ ਕਿਲ੍ਹਾ ਫਤਿਹ ਕਰਨ ਜਾ ਰਹੀ ਹੋਵੇ। ਪਰ ਪਿੰਡ ਵਿੱਚ ਉਹਨਾਂ ਦੇ ਅਸਲੀ ਸ਼ਿਕਾਰ ਪਹਿਲਾਂ ਹੀ ਗਾਇਬ ਹੋ ਚੁੱਕੇ ਸੀ। ਇਹ ਵੇਖ ਕੇ ਉਹਨਾਂ ਨੂੰ ਬਹੁਤ ਹੀ ਮਾਯੂਸੀ ਹੋਈ। ਸ਼ਮਸ਼ੇਰ ਸਿੰਘ ਗ੍ਰੰਥੀ ਦੀ ਅੱਧ ਪਾਗਲ ਮਾਂ, ਜਿਹਨੂੰ ਉਹਦਾ ਪੁੱਤਰ ਤੇ ਪਤੀ ਛੱਡ ਗਿਆ ਸੀ, ਤੇ ਈਸਾਈ ਪਰਿਵਾਰਾਂ ਦੇ ਕੁਝ ਜੀਆਂ ਦੇ ਬਾਕੀ ਸਾਰਾ ਪਿੰਡ ਸੁੰਨਾ ਸੀ। ਹੁਣ ਧਾੜਵੀਆਂ ਦਾ ਕੰਮ ਕੇਵਲ ਘਰਾਂ ਨੂੰ ਲੁੱਟਣ ਤੱਕ ਹੀ ਮਹਿਦੂਦ ਸੀ। ਧਾੜਵੀਆਂ ਦਾ ਇੱਕ ਟੋਲਾ ਜਦ ਮਾਈ ਜੀਵਾਂ ਦੇ ਘਰ ਅੱਗੋਂ ਲੰਘ ਰਿਹਾ ਸੀ ਤਾਂ ਉਹਨਾਂ ਦੇ ਅੰਦਰੋਂ ਇੱਕ ਬੱਚੇ ਦੇ ਰੋਣ ਦੀ ਆਵਾਜ਼ ਸੁਣੀ। ਉਹਨਾਂ ਬੜੇ ਜ਼ੋਰ ਦੀ ਦਰਵਾਜ਼ਾ ਖਟਖਟਾਇਆ ਤੇ ਮਾਈ ਜੀਵਾਂ ਨੇ ਬੜੇ ਠਰਮੇ ਨਾਲ ਕਿਹਾ, ਆਓ ਪੁੱਤਰ ਜੀ ਆਇਆਂ ਨੂੰ। ਤੂੰ ਕੌਣ ਹੈ ਮਾਈ? ਮੈਂ ਇਸ ਪਿੰਡ ਦੀ ਦਾਈ ਜੀਵਾਂ। ਅੰਦਰ ਕੌਣ ਹੈ? ਮੇਰੀ ਧੀ ਤੇ ਉਹਦਾ ਨਵ ਜੰਮਿਆ ਪੁੱਤਰ। ਇਹਨਾਂ ਲੁਟੇਰਿਆਂ ਵਿੱਚੋਂ ਇੱਕ ਨੂੰ ਪਤਾ ਸੀ ਕਿ ਜੀਵਾਂ ਦੀ ਧੀ ਫਾਤਿਮਾ ਤਾਂ ਆਪਣੇ ਪਤੀ ਪਾਸ ਉਹਦੇ ਆਪਣੇ ਗੁਆਂਢ ਵਿੱਚ ਹੈ ਤੇ ਕੱਲ੍ਹ ਉਹਨੂੰ ਮਿਲਿਆ ਵੀ ਸੀ। ਇਹ ਤੇ ਉਹ ਤਿਲ ਮਿਲਾਏ ਤੇ ਉਹਨਾਂ ਦਾ ਗੁੱਸਾ ਹੋਰ ਵੀ ਤੇਜ਼ ਹੋਣ ਲੱਗਾ। ਦੇਖ ਬੁੱਢੀਏ, ਇਸ ਕਾਫਰਾਂ ਦੀ ਬੇਟੀ ਨੂੰ ਸ਼ਰਨ ਦੇ ਕੇ ਸਾਨੂੰ ਬੇਵਕੂਫ ਨਾ ਬਣਾ। ਜੇ ਜਾਨ ਦੀ ਸੁੱਖ ਚਾਹੀਦੀ ਹੈ ਤੇ ਇਹਨੂੰ ਸਾਡੇ ਹਵਾਲੇ ਕਰ ਦੇ। ਉਹਨਾਂ 'ਚੋਂ ਇੱਕ ਨੇ ਕਿਹਾ, ਮੈਨੂੰ ਜਾਨ ਨਹੀਂ, ਈਮਾਨ ਪਿਆਰਾ ਹੈ। ਮੈਂ ਇਹਦੇ ਮਾਂ-ਬਾਪ ਨਾਲ ਇਕਰਾਰ ਕੀਤਾ ਹੈ ਕਿ ਮੇਰੀ ਲਾਸ਼ ਉੱਪਰੋਂ ਲੰਘ ਕੇ ਹੀ ਮੇਰੀ ਧੀ ਨੂੰ ਕੋਈ ਛੂਹ ਸਕੇਗਾ। ਜੀਵਾਂ ਦੇ ਬੋਲਾਂ 'ਚ ਜ਼ਰਾ ਵੀ ਘਬਰਾਹਟ ਨਹੀਂ ਸੀ। ਚੰਗਾ, ਫਿਰ ਮਰਨ ਲਈ ਤਿਆਰ ਹੋ ਜਾ। ਦੂਜੇ ਨੇ,
ਬਰਛੀ ਦੀ ਨੋਕ ਉਹਦੀ ਹਿੱਕ ਵੱਲ ਸਿੱਧਿਆਂ ਕਰਦੇ ਹੋਏ ਆਖਿਆ ਅਤੇ ਨਾਲ ਹੀ ਆਪਣੇ ਸਾਥੀਆਂ ਨੂੰ ਹੁਕਮ ਦਿੱਤਾ ਕਿ ਅੰਦਰੋਂ ਉਹਦੀ ਲਾਡਲੀ ਬੇਟੀ ਨੂੰ ਬਾਹਰ ਕੱਢ ਲਿਆਉਣ। ਜੀਵਾ ਨੇ ਕੋਈ ਪੇਸ਼ ਨਾ ਜਾਂਦੀ ਵੇਖ ਕੇ ਉਹਨਾਂ ਨੂੰ ਅੱਲਾ ਪਾਕ ਦਾ, ਆਪਣੇ ਦੀਨ ਦਾ ਅਤੇ ਰੱਬ ਦੇ ਖੌਫ ਦਾ ਵਾਸਤਾ ਪਾਉਂਦਿਆਂ ਕਿਹਾ ਕਿ ਉਹ ਆਪਣੇ ਭੈੜੇ ਅਮਲਾਂ ਨਾਲ ਜਨਮ ਲੈ ਰਹੇ ਪਾਕਿਸਤਾਨ ਨੂੰ ਨਾਪਾਕ ਨਾ ਕਰਨ। ਪਰ ਬੇਸਹਾਰਾ ਜੀਵਾਂ ਦੀ ਸੁਣਨ ਵਾਲਾ ਉੱਥੇ ਕੌਣ ਸੀ? ਇੱਕ ਬਰਛੀ ਉਹਦੀ ਹਿੱਕ 'ਚ ਸੀ, ਇੱਕ ਨੇਜ਼ੇ ਦੀ ਨੋਕ ਉੱਪਰ ਹੁਣੇ ਜਨਮੇ ਨਵੇਂ ਬੱਚੇ ਨੂੰ ਟੰਗਿਆ ਹੋਇਆ ਸੀ। 3 ਚੋਬਰ ਬੇਹੋਸ਼ ਪਈ ਅਬਲਾ ਨੂੰ ਘਸੀਟ ਕੇ ਬਾਹਰ ਲਈ ਜਾ ਰਹੇ ਸਨ। ਜਦ ਅੱਲਾ ਦਿੱਤਾ ਆਪਣੀ ਪਤਨੀ ਨੂੰ ਨਾਲ ਲੈ ਕੇ ਪਿੰਡ ਪੁੱਜਾ ਤਾਂ ਉਸ ਵੇਖਿਆ ਦਾਈ ਜੀਵਾਂ ਦਾ ਸਰੀਰ ਉਹਦੇ ਪਵਿੱਤਰ ਖੂਨ 'ਚ ਆਖਰੀ ਗੁਸਲ ਕਰ ਰਿਹਾ ਸੀ ਅਤੇ ਉਹਦੀ ਰੂਹ ਅੱਲਾ ਪਾਕ ਨੂੰ ਪਿਆਰੀ ਹੋ ਚੁੱਕੀ ਸੀ। ਮਨਸੂਰ ਪਿਆਰੇ ਕਿਹਾ ਅਨ ਅਲ ਹੱਕ ਕੋ ਕਿਹਾਇਆ ਕੈਂ, ਬੁੱਲੇ ਸ਼ਾਹ ਉਸੇ ਦਾ ਆਸ਼ਕ ਆਪਣਾ ਆਪ ਵੰਝਾਇਆ ਕੈਂ। ਬੁੱਲੇ ਸ਼ਾਹ। ਧੰਨਵਾਦ। ਗੁਰਦਿਆਲ ਸਿੰਘ ਦੀ ਕਹਾਣੀ ਮੁੜ ਗੁਆਚੀ ਸ਼ੈ। ਗੱਭਰੂ ਮੁੰਡੇ ਹਨੇਰੀਆਂ ਰਾਤਾਂ 'ਚ ਗੰਡਾਸੇ, ਡਾਂਗਾਂ ਅਤੇ ਬਰਛੇ ਚੁੱਕੀ ਪਿੰਡ ਦੇ ਆਲੇ ਦੁਆਲੇ ਇੰਜ ਬੇਧੜਕ ਹੋ ਕੇ ਪਹਿਰਾ ਦਿੰਦੇ ਫਿਰਦੇ ਸਨ ਜਿਵੇਂ ਮੇਲੇ 'ਚ ਫਿਰਦੇ ਹੋਣ। ਕਿਸੇ ਦੇ ਖੇਤ ਜਾਂ ਘਰ 'ਚ ਅੱਗ ਦੀ ਚੰਗਿਆੜੀ ਦਾ ਵੀ ਸ਼ੱਕ ਪੈ ਜਾਂਦਾ ਤਾਂ ਉਹ ਅਲੀ ਕਰਕੇ ਪੈ ਜਾਂਦੇ। ਪਿਛਲੇ 3 ਦਿਨਾਂ ਵਿੱਚ ਹੀ ਉਹ ਅੱਗ ਬਾਲਣ ਪਿੱਛੇ 9 ਬੰਦਿਆਂ ਨੂੰ ਪੰਚਾਇਤ ਕੋਲੋਂ 50-50 ਰੁਪਈਏ ਜੁਰਮਾਨਾ ਕਰਵਾ ਚੁੱਕੇ ਸਨ। ਸਿਆਲ ਦੀ ਰੁੱਤ, ਠੰਡੀ ਹਵਾ ਅਤੇ ਅੱਗ ਬਾਲਣ ਦਾ ਹੁਕਮ ਨਹੀਂ ਸੀ। ਫਿਰ ਵੀ ਜਿਹਦੀ ਵਾਰੀ ਆ ਜਾਂਦੀ ਉਹਨੂੰ ਜਿਵੇਂ ਚਾਅ ਚੜ੍ਹ ਜਾਂਦਾ। ਨਹਿਰ ਦੇ ਵੱਡੇ ਪੁਲ 'ਤੇ ਜਾ ਕੇ ਉਹ ਤੋਪਾਂ ਦੀ ਧੜੂ ਧੜਾ ਸੁਣਦੇ ਰਹਿੰਦੇ। ਤੋਪਾਂ ਚੱਲਣ ਨਾਲ ਜਿਹੜੀ ਚਮਕ ਪੈਦਾ ਹੁੰਦੀ ਉਹ ਉਹਨਾਂ ਨੂੰ ਦੀਵਾਲੀ ਦੀ ਆਤਿਸ਼ਬਾਜ਼ੀ ਵਰਗੀ ਜਾਪਦੀ ਅਤੇ ਜਦੋਂ ਬਹੁਤੀ ਠੰਡ ਲੱਗਦੀ ਤਾਂ ਖੀਸਿਆਂ 'ਚ ਪਾਈਆਂ ਗੁੜ ਦੀਆਂ ਡਲੀਆਂ ਅਤੇ ਖੋਪੇ ਦੀਆਂ ਠੂਠੀਆਂ ਨੂੰ ਚੱਕ ਵੱਢਦੇ, ਦੌੜਾਂ ਲਾਉਂਦੇ ਪਿੰਡ ਦੇ ਉੱਤਰ ਵਾਲੇ ਪਾਸੇ ਭੱਜ ਪੈਂਦੇ। ਉਹਨਾਂ ਦਾ ਖਿਆਲ ਸੀ ਕਿ ਪਿੰਡ ਦੇ ਉੱਤਰ ਵਾਲੇ ਪਾਸੇ ਕੱਸੀ ਦੇ ਪੱਛਮ ਵੱਲ ਦੀ ਝਿੜੀ ਵਿੱਚ ਛਾਤਾਬਾਜ਼ ਲੁਕੇ ਹੋ ਸਕਦੇ ਹਨ ਅਤੇ ਪਿਛਲੀ ਜੰਗ ਵੇਲੇ ਵੀ ਉੱਥੇ ਕੁਝ ਛਾਤਾਬਾਜ਼ ਫੜੇ ਗਏ ਸਨ। ਇੱਕ ਰਾਤ ਕੋਈ 12 ਜਾਂ 1 ਵਜੇ ਉਹਨਾਂ ਝਿੜੀ ਉੱਤੋਂ ਦੀ 2 ਹਵਾਈ ਜਹਾਜ਼ ਪੱਛਮ ਤੋਂ ਪੂਰਬ ਵੱਲ ਲੰਘਦੇ ਵੇਖੇ। ਇਹ ਬਹੁਤ ਹੀ ਨੀਵੇਂ ਸਨ। ਕੋਈ 5 ਮਿੰਟਾਂ ਪਿੱਛੋਂ ਉਹ ਹਵਾਈ ਜਹਾਜ਼ ਬੜੀ ਤੇਜ਼ ਰਫ਼ਤਾਰ ਨਾਲ ਪੱਛਮ ਵੱਲ ਵਾਪਸ ਮੁੜੇ। ਉਦੋਂ ਜਿਹੜੇ ਮੁੰਡੇ ਨਹਿਰ ਦੇ ਪੁਲ ਵੱਲ ਪਹਿਰਾ ਦੇ ਰਹੇ ਸਨ ਉਹ ਨੱਸ ਕੇ ਪਿੰਡ ਦੇ ਉੱਤਰ ਵਾਲੇ ਪਾਸੇ ਝਿੜੀ ਕੋਲ ਜਾ ਪਹੁੰਚੇ। ਉਹ ਮੁੰਡੇ ਉੱਧਰ ਨਾ ਜਾਏ ਹੋਏ। ਕੱਸੀ ਦੇ ਉਰਲੇ ਪਾਸੇ ਕਮਾਦ ਨੂੰ ਪਾਣੀ ਲਾ ਰਹੇ ਭਗਤੂ ਦੇ ਨਰੈਣੇ ਉੱਚੀ ਹੋਕਰਾ ਮਾਰਿਆ। ਫਿਰ ਆਪਣੇ ਨੇੜੇ ਆਏ ਮੁੰਡਿਆਂ ਨੂੰ ਧੀਮੀ ਆਵਾਜ਼ 'ਚ ਦੱਸਿਆ, ਇਸ ਪਾਸੇ 2 ਹਵਾਈ ਜਹਾਜ਼ ਛਤਰੀਆਂ ਵਾਲਿਆਂ ਨੂੰ ਉਤਾਰ ਕੇ ਗਏ ਆ ਹੁਣੇ। ਉਹ ਸਾਰੇ ਨਰੈਣੇ ਕੋਲ ਆ ਗਏ। ਸੰਤੂ ਨੇ ਨੇੜੇ ਆ ਕੇ ਦੱਬਵੀਂ ਆਵਾਜ਼ 'ਚ ਪੁੱਛਿਆ, ਤੂੰ ਆਪ ਵੇਖਿਆ ਚਾਚੇ? ਹੁਣ ਤਾਂ ਮੇਰੇ ਸਾਹਮਣੇ ਲੰਘੇ ਆ, ਹੋਰ ਮੈਂ ਝੂਠ ਮਾਰਦਾ? ਨਰੈਣੇ ਨੇ ਕੁਝ ਹਰਕ ਕੇ ਕਿਹਾ, ਅਤੇ ਮੈਂ ਅਜੇ ਨਿਗਾਹ ਰੱਖੂੰ। ਪਿੱਛੋਂ ਬੰਦੇ ਇਕੱਠੇ ਕਰਕੇ ਲਿਆਓ, ਨਾਲੇ ਸਰਪੰਚ ਨੂੰ ਆਖਿਓ ਹੁਣੇ 2 ਬੰਦੇ ਭੇਜ ਕੇ ਥਾਣੇ ਵੀ ਇਤਲਾਹ ਕਰ ਦੇਵੇ। ਮੁੰਡੇ ਹੱਸ ਪਏ। ਉਹਨਾਂ ਦਾ ਖਿਆਲ ਸੀ ਨਰੈਣਾ ਉਹਨਾਂ ਨੂੰ ਐਵੇਂ ਭਾਜੜ ਪਾਉਣ ਲਈ ਕੋਈ ਮਖੌਲ ਕਰ ਰਿਹਾ ਸੀ ਅਤੇ ਉਹਨੂੰ ਭਗਤੇ ਦਾ ਨਰੈਣਾ ਕਹਿ ਕੇ ਤਾਂ ਕੋਈ ਬੁਲਾਉਂਦਾ ਸੀ। ਸਾਰੇ ਨਰੈਣਾ ਗੱਪੀ ਕਹਿੰਦੇ ਸੀ। ਚਾਚਾ ਤੂੰ ਸਹੁੰ ਖਾ ਬਈ ਤੂੰ ਆਪਣੀ ਅੱਖੀਂ ਵੇਖਿਆ, ਕੈਲੇ ਨੇ ਹੱਸਦਿਆਂ ਕਿਹਾ। ਮੈਂ ਕਿਉਂ ਸਹੁੰ ਖਾਵਾਂ? ਮੈਥੋਂ ਬੱਚੀ ਮਰ ਗਈ। ਨਰੈਣੇ ਨੇ ਹਰਕ ਕੇ ਕਿਹਾ, ਤੁਸੀਂ ਤਾਂ ਐਂ ਕਰਦੇ ਹੋ ਜਿਵੇਂ ਮੈਂ ਪਾਕਿਸਤਾਨੀਆਂ ਦਾ ਜਸੂਸ ਹੁੰਨਾ। ਜੇ ਮੇਰੇ 'ਤੇ ਇੰਨੀ ਬੇਅਤਬਾਰੀ ਕਰਦੇ ਹੋ ਤਾਂ ਮੈਨੂੰ ਕੀ? ਜਿਹਦੀਆਂ ਅੱਖਾਂ ਦੁਖਣਗੀਆਂ ਆਪੇ ਪੱਟੀਆਂ ਬੰਨੂ। ਮੇਰਾ ਕੀ ਉਹ ਕਿਲਾ ਢਾਹ ਲੈਣਗੇ? ਮੇਰੇ ਬੰਨਿਓ ਤਾਂ ਬੇਸ਼ੱਕ ਨਾ ਜਾਓ, ਅਤੇ ਜਦੋਂ ਪਿੰਡ ਨੂੰ ਗਰਨੇਟਾਂ ਨਾਲ ਉਡਾਉਣ ਲੱਗ ਪਏ ਤਾਂ ਆਪੇ ਸਭ ਦੀਆਂ ਅੱਖਾਂ ਉੱਘੜ ਆਉਣਗੀਆਂ। ਮੁੰਡਿਆਂ ਨੂੰ ਤਸੱਲੀ ਹੋ ਗਈ ਵੀ ਨਰੈਣਾ ਹੁਣ ਗੱਪ ਨਹੀਂ ਸੀ ਮਾਰ ਰਿਹਾ। ਉਹਨਾਂ ਸਾਰਿਆਂ ਨੇ ਸਲਾਹ ਕਰਕੇ ਕੁਝ ਮੁੰਡੇ ਪਿੰਡ ਵੱਲ ਭੇਜਤੇ। 3 ਜਣੇ ਝਿੜੀ ਵੱਲ ਤੁਰ ਪਏ। ਅੱਧੇ ਕੁ ਘੰਟੇ ਮਗਰੋਂ ਹੋਮਗਾਰਡ ਦੇ 3 ਜਵਾਨ ਅਤੇ ਪਿੰਡ ਦੇ ਮੋਹਤਬਾਰ ਬੰਦੇ ਵੀ ਆ ਗਏ। ਉਹਨਾਂ ਝਿੜੀ ਨੂੰ ਘੇਰਾ ਪਾ ਲਿਆ। ਕੁਝ ਚਿਰ ਪਿੱਛੋਂ 10-15 ਬੰਦੇ ਹੋਰ ਵੀ ਆ ਗਏ। ਸਰਪੰਚ ਅਤੇ ਨੰਬਰਦਾਰ ਮੌਕੇ 'ਤੇ ਆ ਕੇ ਨਰੈਣੇ ਤੋਂ ਪੁੱਛ ਪੜਤਾਲ ਕਰਨ ਪਿੱਛੋਂ ਥਾਣੇ ਇਤਲਾਹ ਕਰਨ ਵੀ ਚਲੇ ਗਏ। ਸਾਰੇ ਪਿੰਡ 'ਚ ਇੰਝ ਰੌਲਾ ਪੈ ਗਿਆ ਜਿਵੇਂ ਬੰਨ੍ਹ ਵਾਲੀ ਪਟੜੀ ਕੋਲੋਂ ਨਹਿਰ ਟੁੱਟ ਗਈ ਹੋਵੇ। ਘਰ ਛਾਤਾਬਾਜ਼ਾਂ ਦੀਆਂ ਹੀ ਗੱਲ ਛਿੜੀ ਸੀ। ਨਿੱਘੀਆਂ ਰਜਾਈਆਂ 'ਚੋਂ ਕੋਚਰੀਆਂ ਵਾਂਗ ਮੂੰਹ ਬਾਹਰ ਕੱਢਦਿਆਂ ਬੱਚੇ ਵੀ ਸਹਿਮੀਆਂ ਆਵਾਜ਼ਾਂ ਨਾਲ ਵੱਡਿਆਂ ਨੂੰ ਪੁੱਛ ਰਹੇ ਸੀ ਵੀ ਕੀ ਹੋਇਆ ਬਾਪੂ, ਕੀ ਗੱਲ ਹੈ ਬੇਬੇ? ਪਰ ਅੱਗੋਂ ਮਾਪੇ ਉਹਨਾਂ ਨੂੰ ਕੁਛ ਨਹੀਂ ਕਹਿ ਕੇ ਤਸੱਲੀ ਦਿੰਦਿਆਂ ਮੁੜ ਸੌਂ ਜਾਣ ਲਈ ਕਹਿੰਦੇ। ਪੈਰ ਦੇ ਤੜਕੇ ਜਦੋਂ ਕੁੱਕੜ ਨੇ ਬਾਂਗ ਦਿੱਤੀ ਤਾਂ ਨਰੈਣੇ ਗੱਪੀ ਦੀ ਅੱਧੀ ਗੱਲ ਸੱਚ ਹੋ ਗਈ। ਝਿੜੀ ਵੱਲੋਂ ਨਹੀਂ, ਨਹਿਰ ਦੇ ਸਰਕੜਿਆਂ ਵਿੱਚੋਂ ਇੱਕ ਛਾਤਾਬਾਜ਼ ਫੜਿਆ ਗਿਆ। ਗੱਭਰੂ ਉਹਦੀਆਂ ਮੁਸ਼ਕਾਂ ਕੱਸ ਕੇ ਉਹਨੂੰ ਪਿੰਡ ਦੀ ਧਰਮਸ਼ਾਲਾ 'ਚ ਲੈ ਆਏ। ਦਿਨ ਚੜ੍ਹਦੇ ਤੱਕ ਉਹਨੂੰ ਕੋਠੜੀ ਅੰਦਰ ਬੰਦ ਰੱਖਿਆ। ਪਿੰਡ ਦੇ ਕਾਲੇ ਬੰਦੇ ਤਾਂ ਮੂੰਹ ਨੇਰੇ ਉਹਨੂੰ ਵੇਖਣ ਆ ਗਏ, ਪਰ ਪਹਿਰੇ 'ਤੇ ਬੈਠੇ ਮੁੰਡਿਆਂ ਨੇ ਕਿਸੇ ਨੂੰ ਕੋਠੜੀ ਦੇ ਨੇੜੇ ਨਾ ਜਾਣ ਦਿੱਤਾ। ਲੋਈ ਪਾਟਦੀ ਨਾਲ ਬਾਬਾ ਗੁਰਮੁਖ
ਨਹਾ ਧੋ ਕੇ ਪਾਠ ਕਰਦਿਆਂ ਜਦੋਂ ਧਰਮਸ਼ਾਲਾ ਕੋਲੋਂ ਲੰਘਿਆ ਤਾਂ ਐਡੇ ਸਵਖਤੇ ਲੋਕਾਂ ਦਾ ਇਕੱਠ ਵੇਖ ਕੇ ਉਹਨੂੰ ਹੈਰਾਨੀ ਹੋਈ। ਉੱਚਾ ਸੁਣਨ ਕਰਕੇ ਉਹਨੂੰ ਪਿੰਡ ਜਾਂ ਆਪਣੇ ਘਰ ਪਏ ਰੌਲੇ ਰੱਪੇ ਦਾ ਅਜੇ ਤੱਕ ਕੋਈ ਪਤਾ ਨਹੀਂ ਸੀ ਲੱਗ ਸਕਿਆ। ਕੀ ਗੱਲ ਹੋ ਗਈ ਸਾਊ? ਉਸ ਅਗਾਂਹ ਵੱਧ ਕੇ ਬਸੰਤੇ ਭਿੰਡਰ ਦਾ ਮੋਢਾ ਫੜ ਕੇ ਲਿਆਉਂਦਿਆਂ ਪੁੱਛਿਆ। ਬਸੰਤੇ ਨੇ ਪਿਛਾਂਹ ਤੱਕ ਕੇ ਬਾਬੇ ਗੁਰਮੁਖ ਦੇ ਕੰਨ ਕੋਲ ਮੂੰਹ ਕਰਕੇ ਉੱਚੀ ਕਿਹਾ, ਪਾਕਿਸਤਾਨੀ ਜਸੂਸ ਫੜਿਆ ਤਾਇਆ। ਹਲਾ। ਖੁਸ਼ ਹੋਣ ਦੀ ਬਜਾਏ ਬਾਬੇ ਨੇ ਜਿਵੇਂ ਫਿਕਰ ਨਾਲ ਕਿਹਾ, ਉਹ ਕੀ ਲੈਣ ਆਇਆ ਸੀ ਇੱਥੇ? ਸਹੁਰਾ ਕਮਲਾ। ਬਸੰਤੇ ਨੇ ਉਵੇਂ ਉੱਚੀ ਆਵਾਜ਼ 'ਚ ਬਾਬੇ ਨੇ ਦੱਸਿਆ, ਆਪਣੀ ਨਹਿਰ ਤੋੜਨ ਆਇਆ ਸੀ ਵੀ ਸਾਰਾ ਪਿੰਡ ਡੁੱਬ ਜੇ। ਬਾਬਾ ਗੁਰਮੁਖ ਚੁੱਪ ਕਰਕੇ ਪਿਛਾਂਹ ਮੁੜ ਆਇਆ। ਗੁਰਦੁਆਰੇ ਜਾ ਕੇ ਪਾਠ ਸਮਾਪਤ ਕੀਤਾ। ਹਮੇਸ਼ਾ ਨਾਲੋਂ ਉਲਟ ਅਰਦਾਸ ਵੇਲੇ ਉਹਦਾ ਧਿਆਨ ਉਖੜਿਆ ਰਿਹਾ। ਅਰਦਾਸ ਦੇ ਅੰਤ ਉੱਤੇ ਮੱਥਾ ਟੇਕਦਿਆਂ ਉਹਨੇ 5 ਵਾਰੀ ਇਕੱਲੇ ਨੇ ਮੁੜ ਸਰਬੱਤ ਦਾ ਭਲਾ, ਸਰਬੱਤ ਕਾ ਭਲਾ ਕਿਹਾ। ਭਾਈ ਜੀ ਨੂੰ ਅੱਜ ਉਹਦੇ ਇਸ ਓਪਰੇ ਵਤੀਰੇ ਦੀ ਸਮਝ ਨਹੀਂ ਸੀ ਪੈ ਰਹੀ। ਗੁਰਦੁਆਰਿਓਂ ਮੁੜਦਿਆਂ ਜਦੋਂ ਬਾਬਾ ਧਰਮਸ਼ਾਲ ਕੋਲ ਆਇਆ ਤਾਂ ਉਹਦੇ ਕਦਮ ਰੁਕ ਗਏ। ਵਰਾਂਡੇ 'ਚ ਹੁਣ ਨਿਆਣਿਆਂ ਦਾ ਬਹੁਤ ਇਕੱਠ ਸੀ। ਬੰਦੇ ਸਿਰਫ 15-20 ਕੁ ਹੀ ਸੀ ਅਤੇ ਇੰਝ ਜਾਪਦਾ ਸੀ ਜਿਵੇਂ ਸਾਰਾ ਪਿੰਡ ਵਾਰੋ ਵਾਰੀ ਜਸੂਸ ਨੂੰ ਵੇਖ ਕੇ ਮੁੜ ਗਿਆ ਸੀ। ਉਹ ਕਿਹੜਾ ਬੰਦਾ ਹੈ ਬਈ ਮੁੰਡਿਓ? ਬਾਬੇ ਨੇ ਥੜੀ ਉੱਤੇ ਚੜ੍ਹਦਿਆਂ ਪੁੱਛਿਆ। ਵਰਾਂਡੇ ਸਾਹਮਣੇ ਇਕੱਠੇ ਹੋਏ ਬੰਦੇ ਬਾਬੇ ਨੂੰ ਹੱਥ ਜੋੜ ਕੇ ਫਤਿਹ ਬੁਲਾਉਂਦਿਆਂ ਲੰਬੇ ਹੋ ਗਏ। ਉਹ ਬੰਦਾ ਗੋਡਿਆਂ 'ਚ ਸਿਰ ਦੇ ਕੇ ਬੈਠਾ ਸੀ। ਠੰਡ ਨਾਲ ਉਹਦਾ ਪਿੰਡਾ ਨੀਲਾ ਹੋਇਆ ਪਿਆ ਸੀ। ਫੌਜੀ ਕਮੀਜ਼ ਅਤੇ ਜਰਸੀ ਥਾਂ ਥਾਂ ਤੋਂ ਪਾਟੀ ਹੋਈ ਸੀ, ਜਿਵੇਂ ਕਈ ਦਿਨ ਉਹ ਕੰਡਿਆਲੇ ਝਾੜੇ ਵਿੱਚੋਂ ਦੀ ਲੰਘਦਾ ਆਇਆ ਹੋਵੇ। ਬਾਬਾ ਉਸ ਵੱਲ ਨਿਗਾਹ ਗੱਡ ਕੇ ਵੇਖਦਾ ਰਿਹਾ, ਪਰ ਫਿਰ ਹੌਲੀ ਜਿਹੀ ਬੋਲਿਆ, ਇਹ ਤਾਂ ਆਪਣੇ ਪਿੰਡ ਵਾਲੇ ਘੁੱਲੇ ਤੇਲੀ ਵਰਗਾ ਲੱਗਦਾ। ਬਾਬੇ ਦੀ ਲੰਮੀ ਹੌਕੇ ਵਰਗੀ ਆਵਾਜ਼ ਸੁਣਦੇ ਉਸ ਬੰਦੇ ਨੇ ਸਿਰ ਤਾਂ ਚੱਕਿਆ ਤਾਂ ਲੋਕਾਂ ਵੇਖਿਆ ਉਹ ਮੁਸਕਰਾ ਰਿਹਾ ਸੀ। ਉਸ ਬਾਬੇ ਵੱਲ ਸਿੱਧਾ ਤੱਕਦਿਆਂ ਉੱਚੀ ਸਾਰੀ ਹੋਕਰਾ ਮਾਰ ਕੇ ਕਿਹਾ, ਤਾਇਆ ਗੁਰਮੁਖ ਸਿਆਂ, ਸਲਾਮ ਅਲੈਕਮ, ਸਤਿ ਸ੍ਰੀ ਅਕਾਲ। ਸਭ ਹੱਕੇ ਬੱਕੇ ਰਹਿ ਗਏ। ਬਾਬਾ ਉਸ ਬੰਦੇ ਦੇ ਹੋਰ ਨੇੜੇ ਹੁੰਦਿਆਂ ਬੋਲਿਆ, ਓਏ ਉਹ ਤੂੰ ਕਿਤੇ ਸੱਚੀ ਘੁੱਲੇ ਦਾ ਇਲਮਾ ਤਾਂ ਨਹੀਂ? ਅੱਗੋਂ ਐਵੇਂ ਮੁਸਕਰਾਉਂਦਿਆਂ ਉਸ ਬੰਦੇ ਨੇ ਆਪਣੀਆਂ ਚਮਕੀਲੀਆਂ ਅੱਖਾਂ ਮਟਕਾ ਕੇ ਹਾਂ 'ਚ ਸਿਰ ਹਿਲਾਤਾ। ਬਾਬਾ ਜਿਵੇਂ ਭਵੱਤਰ ਗਿਆ। ਉਹਨੂੰ ਕਿਸੇ ਦਾ ਕੋਈ ਖਿਆਲ ਨਹੀਂ ਰਿਹਾ। ਇਲਮੇ ਦੇ ਨੇੜੇ ਹੁੰਦਿਆਂ ਉਹਦੇ ਮੋਢੇ 'ਤੇ ਹੱਥ ਰੱਖ ਕੇ ਉਹਦੇ 'ਤੇ ਝੁਕ ਗਿਆ। ਫਿਰ ਚੁੱਪਚਾਪ ਉਹਦੇ ਸਾਹਮਣੇ ਪੈਰਾਂ ਭਾਰ ਬੈਠ ਗਿਆ। ਕਿੰਨਾ ਚਿਰ ਉਹਨੂੰ ਕੋਈ ਗੱਲ ਨਾ ਔੜੀ। ਹੌਲੀ ਹੌਲੀ ਇਲਮੇ ਦੇ ਮੋਢੇ ਨੂੰ ਉਹਦੀ ਪਿੱਠ ਨੂੰ ਪਲੋਸੀ ਗਿਆ, ਜਿਵੇਂ ਉਹਦਾ ਪਿਛਲੀ ਜੰਗ 'ਚ ਮਾਰਿਆ ਗਿਆ ਆਪਣਾ ਹੀ ਪੁੱਤਰ ਨਿਧਾਨਾ ਜੰਗ 'ਚੋਂ ਵਾਪਸ ਆ ਗਿਆ ਹੋਵੇ। ਉੱਥੇ ਖੜੋਤੇ ਬੰਦਿਆਂ 'ਚੋਂ ਇੱਕ ਨੇ ਅਗਾਂਹ ਹੋ ਕੇ ਇਲਮੇ ਦੀਆਂ ਮੁਸ਼ਕਾਂ ਖੋਲ੍ਹਦਿਆਂ ਕਿਹਾ, ਤੇਰੀਆਂ ਚਲਾਕੀਆਂ ਕਰਨ ਦੀ ਪੁਰਾਣੀ ਆਦਤ ਨਾ ਗਈ ਅਜੇ? ਇਲਮਿਆਂ 2 ਪੈਰ ਹੋ ਗਏ, ਅਜੇ ਤਾਈਂ ਟੁੱਟੇ ਮੂੰਹ ਵਾਲੇ ਨੇ ਸਾਨੂੰ ਇਹ ਨਹੀਂ ਦੱਸਿਆ ਵੀ ਮੈਂ ਇਲਮ ਹੈ, ਸਾਲਾ ਮਲੰਗ। ਇਹ ਬੰਦਾ ਧੰਨੇ ਮਾਨੀ ਦਾ ਵੱਡਾ ਪੁੱਤਰ ਗਿੰਦਰ ਸੀ। ਉਹ ਤੇ ਇਲਮਾਂ ਦੂਜੀ ਜਮਾਤ 'ਚ ਇਕੱਠੇ ਪੜ੍ਹਦੇ ਸੀ ਅਤੇ ਇਕੱਠੇ ਡੰਗਰ ਚਾਰਦੇ ਸੀ। ਕੀ ਕੌਤਕ ਉਹ ਨਹੀਂ ਸੀ ਕਰਦੇ। ਇਲਮੇ ਨੇ ਗਿੰਦਰ ਨੂੰ ਪਛਾਣਦਿਆਂ ਮੁਸ਼ਕਾਂ ਖੁੱਲ੍ਹਣ ਸਾਰ ਉੱਠ ਕੇ ਧਾਹ ਮਾਰਦਿਆਂ ਜੱਫੀ ਪਾ ਲਈ ਅਤੇ ਰੋਣ ਹਾਕੀ ਆਵਾਜ਼ 'ਚ ਗਿਆ, ਉਹ ਪਾਪੀਆ, ਤੂੰ ਵੀ ਇੰਨੇ ਚਿਰ ਦਾ ਮੇਰੇ ਕੋਲ ਬਗਾਨਿਆਂ ਵਾਂਗ ਖੜੋਤਾ ਰਿਹਾ? ਮੇਰੀ ਤੋਬਾ, ਮੇਰੇ ਅੱਲਾ, ਮੇਰੀ ਤੋਬਾ। ਸਭ ਹੈਰਾਨ ਸਨ ਕਿ ਉਹ ਬੰਦਾ ਜਿਹੜਾ 2 ਘੜੀਆਂ ਪਹਿਲਾਂ ਉਹਨਾਂ ਨੂੰ ਆਪਣੇ ਦੁਸ਼ਮਣ ਦੇ ਤੇ ਖਤਰਨਾਕ ਜਸੂਸ ਲੱਗਦਾ ਸੀ, ਗਿੰਦਰ ਨੂੰ ਜੱਫੀ 'ਚ ਘੁੱਟੀ ਜ਼ਰ ਹੰਝੂ ਵਹਾ ਰਿਹਾ ਸੀ। ਬਾਬਾ ਗੁਰਮੁਖ ਸਿੰਘ ਵੀ ਆਪਣਾ ਆਪ ਨਾ ਸੰਭਾਲ ਸਕਿਆ। ਉੱਠ ਕੇ ਖੜ੍ਹਾ ਹੋਇਆ, ਅੱਖਾਂ ਪੂੰਝੀਆਂ, ਮੁੜ ਇਲਮੇ ਦੀ ਪਿੱਠ ਪਲੋਸਦਿਆਂ ਬੋਲਿਆ, ਆਹ ਤਾਂ ਅੱਜ ਭਾਗਾਂ ਵਾਲਾ ਦਿਨ ਚੜ੍ਹਿਆ ਜਿਹੜਾ ਤੂੰ ਮਿਲ ਪਿਆ। ਉਸ ਦਾਤੇ ਦੇ ਰੰਗਾਂ ਦਾ ਕੋਈ ਪਤਾ ਨਹੀਂ ਸੀ ਲੱਗਦਾ। ਵਿਛੜਿਆ ਮੇਲੇ ਪ੍ਰਭੂ ਹਰ ਦਰਗਹਿ ਕਾ ਬੈਸੀਠ, ਧੰਨ ਸਤਿਗੁਰੂ, ਧੰਨ ਸੱਚਿਆ ਪਾਤਸ਼ਾਹ, ਤੇਰੀ ਲੀਲਾ ਨਿਆਰੀ। ਗਿੰਦਰ ਨੇ ਇਲਮੇ ਨੂੰ ਉਸ ਮੰਜੇ 'ਤੇ ਬਿਠਾ ਲਿਆ ਜਿਸ ਉੱਤੇ ਪਹਿਲਾਂ ਪਿੰਡ ਦੇ ਪਹਿਰਾ ਦੇਣ ਵਾਲੇ ਗੱਭਰੂ ਬੈਠੇ ਸੀ। ਬਾਬਾ ਸਾਹਮਣੇ ਵੱਡੇ ਤਖਤਪੋਸ਼ ਉੱਤੇ ਜਾ ਬੈਠਾ। ਬਾਕੀ ਲੋਕ ਉਹਨਾਂ ਤਿੰਨਾਂ ਨੂੰ ਓਪਰਿਆਂ ਵਾਂਗ ਵੇਖ ਰਹੇ ਸੀ। ਗਿੰਦਰ ਇਲਮੇ ਨਾਲ ਇੰਝ ਗੱਲਾਂ ਕਰਨ ਲੱਗ ਪਿਆ ਸੀ ਜਿਵੇਂ ਉਹ ਸਕੇ ਭਰਾ ਹੋਣ। ਪਲਾਂ ਛਿਣਾਂ 'ਚ ਹੀ ਸਾਰੇ ਪਿੰਡ 'ਚ ਪਤਾ ਲੱਗ ਗਿਆ ਵੀ ਘੁੱਲੇ ਤੇਲੀ ਦਾ ਮੁੰਡਾ ਆਇਆ। ਉਹ ਛਾਤਾਬਾਜ਼ ਨਹੀਂ ਸੀ, ਸਗੋਂ ਸਰਹੱਦ ਉੱਤੇ ਲੜਦਾ ਬਚ ਕੇ ਇੱਧਰ ਆਇਆ ਸੀ। ਫਿਰ ਜਾਨ ਹੂਲ ਕੇ 2 ਦਿਨਾਂ 'ਚ ਲੁਕਦਾ ਛਿਪਦਾ ਨਹਿਰ ਕਿਨਾਰੇ ਪਹੁੰਚਿਆ ਅਤੇ ਆਪੇ ਹੀ ਪਹਿਰਾ ਦੇਣ ਵਾਲੇ ਮੁੰਡਿਆਂ ਕੋਲ ਆ ਕੇ ਆਖਣ ਲੱਗਾ, ਮੈਨੂੰ ਫੜ ਲਓ। ਪਿੰਡ ਦਾ 35-40 ਵਰ੍ਹੇ ਦੀ ਉਮਰ ਤੋਂ ਵਡੇਰਾ ਹਰ ਮਰਦ ਤੇ ਇਸਤਰੀ ਘੁੱਲੇ ਦੇ ਇਲਮੇ ਨੂੰ ਮੁੜ ਵੇਖਣ ਆਇਆ। ਗਿੰਦਰ ਵਾਂਗ ਇਲਮੇ ਤੇ ਬਚਪਨ ਦੇ ਕਈ ਬੇਲੀ ਉਹਨੂੰ ਜੱਫੀਆਂ ਪਾ ਮਿਲੇ। ਪੁਰਾਣੀਆਂ ਗੱਲਾਂ ਦੁਹਰਾਉਂਦੇ ਰਹੇ, ਯਾਦਾਂ ਸਾਂਝੀਆਂ ਕਰਦੇ ਰਹੇ, ਹੱਸਦੇ ਰਹੇ, ਆਰ ਪਰਿਵਾਰ ਦਾ ਹਾਲ ਚਾਲ ਪੁੱਛਦੇ ਰਹੇ। ਹਿੰਦੁਸਤਾਨ ਪਾਕਿਸਤਾਨ ਬਣਨ ਸਮੇਂ ਇੱਧਰ ਮਾਰੇ ਗਏ ਭਾਗਿਆਂ ਨੂੰ ਯਾਦ ਕਰ ਉਦਾਸ ਹੁੰਦੇ ਰਹੇ। ਫਿਰ ਸਾਰਾ ਪਿੰਡ ਜਿਵੇਂ ਇਲਮੇ ਲਈ ਚਾਹ ਪਾਣੀ ਤੇ ਰੋਟੀ ਟੁੱਕ ਦਾ ਪ੍ਰਬੰਧ ਕਰਨ ਜੁਟ ਪਿਆ। ਸੂਰਜ ਚੜ੍ਹਦਿਆਂ ਸਾਰ ਹੀ ਸਰਪੰਚ ਤੇ ਨੰਬਰਦਾਰ ਪੁਲਿਸ ਨੂੰ ਲੈ ਕੇ ਧਰਮਸ਼ਾਲਾ 'ਚ ਆ ਗਏ। ਉਹਨਾਂ ਜਦੋਂ ਇਹ ਨਜ਼ਾਰਾ ਵੇਖਿਆ ਤਾਂ ਹੈਰਾਨ ਰਹਿ ਗਏ।
ਕਈਆਂ ਥਾਣੇਦਾਰ ਨੂੰ ਕਿਹਾ ਕਿ ਇਲਮੇ ਨੂੰ ਛੱਡਤਾ ਜਾਏ, ਪਰ ਥਾਣੇਦਾਰ ਨੇ ਦੱਸਿਆ ਕਿ ਕਾਨੂੰਨੀ ਕਾਰਵਾਈ ਤਾਂ ਕਰਨੀ ਪਏਗੀ। ਉਹਦੇ ਕੁਝ ਵੀ ਵੱਸ ਨਹੀਂ ਸੀ। ਹੁਣ ਜੋ ਫੈਸਲਾ ਹੋਣਾ ਸੀ ਉਹ ਅਦਾਲਤ ਨੇ ਕਰਨਾ ਸੀ। ਇਲਮੇ ਦੀਆਂ ਅੱਖਾਂ ਹੁਣ ਪਹਿਲਾਂ ਨਾਲੋਂ ਵੀ ਵੱਧ ਮੁਸਕਰਾ ਰਹੀਆਂ ਸੀ। ਉਹਨੂੰ ਹੱਸ ਕੇ ਥਾਣੇਦਾਰ ਨੇ ਕਿਹਾ, ਸਰਦਾਰ ਜੀ, ਮੇਰੀ ਕਰਜ਼ ਮਨਜ਼ੂਰ ਕਰ ਲਓ। ਮੈਨੂੰ ਕੱਸੀ ਵਾਲੇ ਰਾਹ ਲੈ ਕੇ ਜਾਇਓ, ਜਿੱਧਰ ਗਿੰਦਰ ਬਾਈ ਦਾ ਕਮਾਦ ਬੀਜਿਆ ਹੁੰਦਾ ਸੀ। ਨਾਲੇ ਜੇ ਗਿੰਦਰ ਨੂੰ ਮੇਰੇ ਨਾਲ ਥਾਣੇ ਤੱਕ ਜਾਣ ਦੀ ਇਜਾਜ਼ਤ ਦੇ ਦਿਓ ਤਾਂ ਬੜੀ ਮਿਹਰਬਾਨੀ। ਅਸੀਂ ਅਜੇ ਰੱਜ ਕੇ ਗੱਲਾਂ ਨਹੀਂ ਕੀਤੀਆਂ। ਹੋਰ 1-2 ਬੇਲੀਆਂ ਨੂੰ ਵੀ ਨਾਲ ਜਾਣ ਦੀ ਇਜਾਜ਼ਤ ਦਿਓ। ਪਰ ਉਸ ਵੇਲੇ ਬਾਬੇ ਗੁਰਮੁਖ ਨੇ ਜਿਵੇਂ ਕੋਈ ਭੁੱਲੀ ਵਿਸਰੀ ਗੱਲ ਚੇਤੇ ਆ ਗਈ। ਉੱਠ ਕੇ ਕਾਹਲ ਨਾਲ ਗਾਂਹ ਹੁੰਦਿਆਂ ਇਲਮੇ ਨੂੰ ਪੁੱਛਣ ਲੱਗ ਪਿਆ, ਸੱਚ ਬਈ ਇਮਲਿਆ, ਉਹ ਤੇਰੇ ਅੱਬਾ ਦਾ ਕੀ ਹਾਲ ਆ? ਤੇਰੀ ਬੇਬੇ ਤਕੜੀ ਰਹਿੰਦੀ ਆ? ਉਦੋਂ ਤਾਂ ਢਿੱਲੀ ਰਹਿੰਦੀ ਸੀ। ਤੇਰੀ ਨਿੱਕੀ ਭੈਣ ਤਾਂ ਉੱਥੋਂ ਵੱਡਾ ਮੁੰਡਾ ਰਾਜੀ ਖੁਸ਼ੀ ਹੈ? ਇਲਮਾ ਝੂਠ ਮੂਠ ਹੀ ਬਾਬੇ ਨੂੰ ਦੱਸੀ ਗਿਆ ਵੀ ਸਾਰੇ ਰਾਜੀ ਖੁਸ਼ੀ ਹੈ। ਉਹ ਇਹ ਦੱਸ ਕੇ ਪੁਰਾਣੇ ਜ਼ਖਮ ਮੁੜ ਨਹੀਂ ਸੀ ਉਹ ਖੇਡਣਾ ਚਾਹੁੰਦਾ ਵੀ 24 ਸਾਲ ਪਹਿਲਾਂ ਉਹਦਾ ਪਿਓ ਸਰਹੱਦ ਤੋਂ 2 ਕੋਹ ਦੂਰ ਰਹੀ ਕੁਛ ਲੋਕਾਂ ਨੇ ਮਾਰਤਾ ਸੀ ਅਤੇ ਉਹਦੀ ਭੈਣ ਨੇ ਦਰਿਆ 'ਚ ਛਾਲ ਮਾਰਤੀ ਸੀ ਅਤੇ ਉਹਦੀ ਮਾਂ 4 ਵਰ੍ਹੇ ਦਮੇ ਦੀ ਪੁਰਾਣੀ ਬਿਮਾਰੀ ਨਾਲ ਮਰ ਗਈ ਸੀ। ਉਹਨੂੰ ਪਤਾ ਸੀ ਇਸ ਵਿੱਚ ਉਹਦੇ ਆਪਣੇ ਪਿੰਡ ਦੇ ਲੋਕਾਂ ਦਾ ਕੋਈ ਕਸੂਰ ਨਹੀਂ ਸੀ। ਇਹੋ ਬਾਬਾ ਗੁਰਮੁਖ ਅਤੇ ਪਿੰਡ ਦੇ ਕਿੰਨੇ ਪਤਵੰਤੇ ਲੋਕ ਤਾਂ ਉਹਨਾਂ ਨੂੰ ਅਤੇ ਨਾਲ ਦੇ ਪਿੰਡ ਦੇ ਕਈ ਟੱਬਰਾਂ ਨੂੰ ਸਹੀ ਸਲਾਮਤ ਗੱਡੀ ਚੜ੍ਹਾ ਕੇ ਆਏ ਸੀ। ਇਸੇ ਕਰਕੇ ਹੁਣ ਤੱਕ ਇਹ ਲੋਕ, ਇਹ ਧਰਤੀ, ਇਹ ਆਪਣਾ ਪਿੰਡ ਵੇਖਣ ਲਈ ਤਰਸਦਾ ਇਲਮਾ ਇੰਝ ਜੰਗ 'ਚੋਂ ਨੱਸ ਕੇ ਆ ਗਿਆ ਸੀ। ਮੌਤ ਮੰਡ ਕੇ ਵੀ ਪਹੁੰਚਿਆ ਸੀ ਪਰ ਰਹਿ ਨਹੀਂ ਸੀ ਸਕਿਆ। ਜਦੋਂ ਥਾਣੇਦਾਰ ਨੇ ਇਲਮੇ ਨੂੰ ਜੀਪ 'ਚ ਚੜ੍ਹਾਇਆ ਤਾਂ ਪਿੰਡ ਦੀ ਇੱਕ ਬੁੱਢੀ ਸੰਤੋ ਨੇ ਗਾਂਹ ਹੋ ਕੇ ਉਹਦਾ ਸਿਰ ਪਲੋਸਦਿਆਂ ਕਿਹਾ, ਆਪਦੀ ਬੇਬੇ ਨੂੰ ਆਖੀ। ਜਦੋਂ ਥਾਣੇਦਾਰ ਨੇ ਇਲਮੇ ਨੂੰ ਜੀਪ 'ਚ ਚੜ੍ਹਾਇਆ ਤਾਂ ਪਿੰਡ ਦੀ ਇੱਕ ਬੁੱਢੀ ਸੰਤੋ ਨੇ ਗਾਂਹ ਹੋ ਕੇ ਉਹਦਾ ਸਿਰ ਪਲੋਸਦਿਆਂ ਕਿਹਾ, ਆਪਦੀ ਬੇਬੇ ਨੂੰ ਆਖੀ, ਤੈਨੂੰ ਸੰਤੀ ਯਾਦ ਕਰਦੀ ਸੀ। ਸਾਡਾ ਤੇ ਸਹੇਲਪੁਣਾ ਹੀ ਬੜਾ ਸੀ। ਸੰਤੀ ਚੁੰਨੀ ਦੇ ਪੱਲੇ ਨਾਲ ਅੱਖਾਂ ਪੂੰਝਣ ਲੱਗ ਪਈ ਤਾਂ ਇਲਮੇ ਤੋਂ ਵੀ ਆਪਣਾ ਆਪ ਕਾਬੂ ਨਾ ਹੋਇਆ। ਉਸ ਹੰਝੂਆਂ ਭਰੀਆਂ ਅੱਖਾਂ ਲੁਕਾਉਣ ਲਈ ਸਿਰ ਝੁਕਾ ਲਿਆ। ਜੀਪ ਤੁਰ ਗਈ। ਬਾਬੇ ਗੁਰਮੁਖ ਸਮੇਤ ਲੋਕ ਜੀਪ ਪਿੱਛੋਂ ਉੱਡਦੀ ਧੂੜ ਵੱਲ ਇੰਝ ਵੇਖਦੇ ਰਹੇ ਜਿਵੇਂ ਉਹਨਾਂ ਦੀ ਬਹੁਤ ਕੀਮਤੀ ਸ਼ੈ ਇੱਕ ਵਾਰ ਲੱਭ ਕੇ ਫੇਰ ਗੁਆਚ ਗਈ ਹੋਵੇ। ਲਾਲੀ ਅੱਖੀਆਂ ਦੀ ਪਈ ਦੱਸਦੀ ਏ, ਰੋਏ ਤੁਸੀਂ ਵੀ ਹੋ, ਰੋਏ ਅਸੀਂ ਵੀ ਹਾਂ। ਉਸਤਾਦ ਦਾਮਨ। ਧੰਨਵਾਦ।